ਇਹ ਹਸਪੀਟਲ ਪਿਛਲਿਆਂ 10-15 ਸਾਲਾਂ ਦੀ ਜੀ ਹਾਲਤ ਉਹ ਕਰ ਦਿੱਤੀ ਗਈ ਕਿ ਸਿਰਫ ਪਰਚਿਆਂ ਵਾਲਾ ਹਸਪੀਟਲ ਨੂੰ ਕਹਿੰਦੇ ਸੀਗੇ ਜਾਂ ਇਹਨੂੰ ਚਿੱਟਾ ਹਾਥੀ ਕਹਿੰਦੇ ਸੀਗੇ। ਜਦੋਂ ਚਿੱਟੇ ਹਾਥੀ ਦੀ ਗੱਲ ਆਉਂਦੀ ਕੀ ਇੱਥੇ ਇਲਾਜ ਨਹੀਂ ਸੀ ਹੁੰਦਾ, ਡਾਕਟਰ ਘੱਟ ਸੀ, ਦਵਾਈਆਂ ਨਹੀਂ ਸੀ ਮਿਲਦੀਆਂ, ਟੈਸਟ ਨਹੀਂ ਸੀ ਹੁੰਦੇ। ਮੈਂ ਬੜਾ ਹੈਰਾਨ ਹੋਇਆ ਵੀ ਜਿਹੜੇ ਲੋਕ ਇਲੈਕਸ਼ਨ 'ਚ ਸ਼ਰਾਬਾਂ ਦੇ ਟਰੱਕ ਭਰ ਕੇ ਵੰਡਦੇ ਸੀਗੇ, ਉਹ ਜਿਹੜਾ ਸਭ ਤੋਂ ਵੱਡਾ ਮੁੱਦਾ ਹਲਕੇ ਦਾ, ਉੱਥੇ ਇੱਕ ਵਾਟਰ ਕੂਲਰ ਏਸੀ ਨਹੀਂ ਉਹ ਲਵਾ ਸਕਦੇ ਸੀਗੇ। ਪਹਿਲਾਂ ਇੱਥੇ ਰੋਜ਼ ਦੇ 25-30-40 ਇੰਨੇ ਮਰੀਜ਼ਾਂ ਦੀ OPD ਸੀਗੀ ਟੋਟਲ ਡੇਲੀ ਦੀ, ਤੇ ਅੱਜ ਜਿਹੜੀ ਇੱਥੇ OPD ਆ ਉਹ 250-300 ਦੀ ਹੈ। ਅੱਜ 3 ਸੁਪਰ ਸਪੈਸ਼ਲਿਸਟ ਇਸ ਹਸਪੀਟਲ ਦੇ ਵਿੱਚ ਬਿਨਾਂ ਤਨਖਾਹ ਤੋਂ ਸਵੈ ਇੱਛੁਕ ਤੌਰ ਤੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ। ਮੈਂ ਇਹ ਜ਼ਰੂਰ ਚਾਹੁੰਦਾ ਕਿ ਕੀ ਤੁਸੀਂ ਸਮੇਂ-ਸਮੇਂ ਤੇ ਆਉਂਦੇ ਰਹਿੰਦੇ ਹੋ, ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਕਿ ਭਾਈ ਉਹਨਾਂ ਦੀ ਕੋਈ ਹੋਰ ਘਾਟ ਉਹਨਾਂ ਨੂੰ ਲੱਗੇ, ਕਮਜ਼ੋਰੀ ਲੱਗੇ ਕਿ ਭਾਈ ਇੱਥੇ ਆਹ ਚੀਜ਼ ਠੀਕ ਨਹੀਂ ਜਾਂ ਹੋਰ ਕੀ ਬਿਹਤਰ ਹੋ ਸਕਦਾ, ਜਾਂ ਫਿਰ ਆਲੇ ਦੁਆਲੇ ਗਨਮੈਨ ਹੁੰਦੇ ਆ ਤੇ ਐਂ ਸ਼ੂ ਕਰਕੇ ਲੰਘ ਜਾਂਦੇ ਹੋ? ਮੈਂ ਇੱਥੇ ਸਿਰਫ ਮਰੀਜ਼ਾਂ ਨਾਲ ਗੱਲਬਾਤ ਕਰਨੀ ਆਉਂਦਾ, ਮੈਂ ਬਤੌਰ ਮਰੀਜ਼ ਵੀ ਆਉਂਦਾ ਜੀ। ਪਹਿਲੇ ਤੇ ਤੀਸਰੇ ਸੋਮਵਾਰ ਕੈਲੰਡਰ ਚੱਕ ਲੈਣਾ ਹੈ। ਪਹਿਲਾ ਸੋਮਵਾਰ, ਤੀਸਰਾ ਸੋਮਵਾਰ, ਦਿਲ ਦੀ ਕੋਈ ਵੀ ਸਮੱਸਿਆ ਡਾਕਟਰ ਸਾਹਿਬ ਦੇ ਕੋਲ ਆ ਜਾਣਾ। ਹੌਲੀ ਜਾਣੀ ਦੱਸਿਓ, MLA ਸਾਹਿਬ ਕਿਹੜਾ ਸੁਣਦੇ ਭਾਵੇਂ ਮੂਹਰੇ ਬੈਠੇ ਆ, ਕਿੰਨੇ ਪੈਸੇ ਲੈਂਦੇ ਹੋ? ਕੁਛ ਨਹੀਂ ਪੈਸੇ ਲੈਂਦੇ ਜੀ, ਬਿਲਕੁਲ ਵੋਲੰਟਰੀ ਸਰਵਿਸ ਹੈਗੀ। ਆਪਣੇ ਏਰੀਏ ਨੂੰ ਆਪਾਂ ਇੰਨਾ ਤਾਂ ਸਾਡਾ ਦੇਣਾ ਫਰਜ਼ ਬਣਦਾ ਹੈਗਾ ਆ। ਅੱਛਾ, ਪਹਿਲੀ ਵਾਰੀ ਆਏ ਹੋ ਡਾਕਟਰ ਸਾਹਿਬ ਕੋਲ ਕਿ ਪਹਿਲਾਂ ਵੀ ਆਏ ਸੀ? ਪਹਿਲਾਂ ਵੀ ਆਏ ਸੀ। ਅੱਛਾ, ਚੰਗੀ ਤਰ੍ਹਾਂ ਦੇਖਦੇ ਆ? ਹਾਂਜੀ। ਜੇ ਇਹ ਡਾਕਟਰ ਸਾਹਿਬ ਹਸਪੀਟਲ 'ਚ ਨਾ ਆਉਂਦੇ ਫਿਰ ਕਿੱਥੇ ਲੈ ਕੇ ਜਾਣਾ ਸੀ? ਕਿਤੇ ਬਾਹਰ ਜਾਣਾ ਪੈਂਦਾ ਜੀ, ਫਿਰ ਰੁਪਈਏ ਚੋਖੇ ਲੱਗਣੇ ਸੀ। ਇੱਥੇ ਪਰਚੀ ਕਿੰਨੀ ਲੱਗੀ ਹੁਣ? ਪਰਚੀ 10 ਰੁਪਏ ਜੀ। 10 ਰੁਪਏ ਜਿਹੜੀ ਸਰਕਾਰੀ ਫੀਸ? ਹਾਂਜੀ। ਮੈਂ ਮੈਕਸ ਮੋਹਾਲੀ 'ਚ ਕੰਸਲਟੈਂਟ ਕੰਮ ਕਰ ਰਿਹਾ ਹੈਗਾ ਆ। ਇੱਥੇ ਕਿਹੜੇ ਦਿਨ ਆਉਂਦੇ? ਇੱਥੇ ਫਸਟ ਐਂਡ ਥਰਡ ਮੰਡੇ ਅਸੀਂ ਆਉਂਦੇ ਹੈਗੇ ਆ। ਬੰਦ ਹੀ ਨਹੀਂ ਪਿਆ ਸੀਗਾ, ਈਵਨ ਕਿ ਜਿਹੜਾ ਲੱਖਾਂ ਦੀ ਮਸ਼ੀਨਰੀ ਪਈ ਹੈ ਇਹਦੇ ਵਿੱਚ ਜਾਲੇ ਲੱਗੇ ਹੋਏ ਸੀਗੇ, ਕੁਆੜ ਬਣ ਗਈ ਸੀਗੀ। ਇਹ 7 ਸਾਲ ਬਾਅਦ ਹੁਣ ਅਸੀਂ ਇਸ ਆਪਰੇਸ਼ਨ ਥੀਏਟਰ ਨੂੰ ਦੁਬਾਰੇ ਖੁਲਾਇਆ। ਉਹ 2 ਦਿਨ ਜਿਹੜੇ ਦਿੰਦੇ ਹੋ ਕਿੰਨੇ ਰੁਪਈਏ ਲੈਂਦੇ ਹੋ ਜੀ ਇਹਨਾਂ ਤੋਂ? 0 ਰੁਪਏ। ਸਾਡੇ ਹਲਕੇ ਦੇ ਵਿੱਚ ਕੁਝ ਪਿੰਡ ਐਸੇ ਵੀ ਨੇ ਜਿੱਥੇ ਹੁਣ ਤੱਕ ਸੜਕ ਨਹੀਂ ਬਣੀ, ਅਨਕਨੈਕਟਡ ਨੇ ਦੁਨੀਆ ਨਾਲੋਂ। ਤੁਸੀਂ ਕਿਹਾ ਕਿ ਕੁਝ ਪਿੰਡਾਂ ਨੂੰ ਸੜਕ ਨਹੀਂ ਜਾਂਦੀ, ਤੁਹਾਨੂੰ ਕਿਸੇ ਨੇ ਆ ਕੇ ਦੱਸਿਆ ਹੀ ਹੋਣਾ ਜੇ ਸੜਕ ਨਹੀਂ ਜਾਂਦੀ ਤੁਸੀਂ ਕਿਹੜਾ ਉੱਥੇ ਫਿਰ ਤੁਰ ਕੇ ਜਾਣਾ ਹੀ? ਕੀ ਉਹਨਾਂ ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਕਦਮ ਰੱਖਿਆ ਐਡਵੋਕੇਟ ਦਿਨੇਸ਼ ਚੱਡਾ MLA ਸਾਹਿਬ ਨੇ ਕਿ ਨਹੀਂ ਅਜੇ ਤੱਕ? ਸੜਕ ਬਣਨੀ ਤਾਂ ਦੂਰ ਦੀ ਗੱਲ, ਅੱਜ ਤੱਕ ਉੱਥੋਂ ਦਾ ਰਸਤਾ ਵੀ ਪ੍ਰੋਪਰ ਆਇਡੈਂਟੀਫਾਈਡ ਨਹੀਂ ਸੀ ਕਿ ਸੜਕ ਬਣਨੀ ਕਿੱਥੇ ਹੈ। ਅਸਲ ਦੇ ਵਿੱਚ ਲੋਕਾਂ ਦੀ ਲੋੜ ਕੀ ਹੈ ਤੇ ਉਹ ਪੂਰੀ ਕਿਵੇਂ ਕਰਨੀ ਹੈ, ਉਸ ਪਾਸੇ ਕੋਈ ਨੀਅਤ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਪ੍ਰਾਈਮ ਟਾਈਮ ਪ੍ਰੋਗਰਾਮ ਅਸੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਜਿਹੜਾ ਉਹ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਮੇਰੇ ਨਾਲ ਦੀ ਕੁਰਸੀ ਦੇ ਉੱਤੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਨੇ। ਪੇਸ਼ੇ ਤੋਂ ਵਕੀਲ ਨੇ, ਇਸ ਕਰਕੇ ਵਰਦੀ ਵਕੀਲਾਂ ਵਾਲੀ ਆ। ਬੈਠੇ ਹਸਪੀਟਲ ਦੇ ਵਿੱਚ ਹੈਗੇ MLA ਨੇ, ਬਹੁਤ ਸਾਰੀਆਂ ਚਰਚਾਵਾਂ ਕਰਨੀਆਂ ਤੇ ਅੱਜ ਇੱਥੇ ਆਉਣ ਦਾ ਮਕਸਦ ਇੱਕ ਖਾਸ ਸੀ ਕਿਉਂਕਿ ਪੰਜਾਬ ਦੇ ਵਿੱਚ 2 ਚੀਜ਼ਾਂ ਜਿਹੜੀਆਂ ਸਭ ਤੋਂ ਵੱਧ ਮਹੱਤਵਪੂਰਨ ਨੇ, ਇੱਕ ਸਿੱਖਿਆ ਤੇ ਦੂਜੀ ਸਿਹਤ। ਇਹਨਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਵੀ ਲੜੀ ਸੀ, ਇਲੈਕਸ਼ਨ ਜਿੱਤੀ ਵੀ, ਉਹ ਇੱਕ ਵੱਖਰਾ ਮੁੱਦਾ ਸਿਆਸੀ ਹੈ। ਪਰ ਕੀ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸੇਵਾਵਾਂ ਦਰੁਸਤ ਕੀਤੀਆਂ ਜਾ ਸਕਦੀਆਂ? ਉਹ ਦਰੁਸਤ ਕਰਨ ਦੇ ਲਈ ਕੀ ਸਾਰੀ ਦੀ ਸਾਰੀ ਟੇਕ ਸਰਕਾਰ ਵਾਲੇ ਪਾਸੇ ਰੱਖਣੀ ਚਾਹੀਦੀ ਹੈ, ਜਾਂ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਸ਼ਬਦ ਹੁੰਦਾ ਜੁਗਾੜ, ਕਿ ਕੋਈ ਨਾ ਕੋਈ ਨਿੱਜੀ ਐਫਰਟ ਕਰਕੇ ਜੁਗਾੜ ਲਾ ਕੇ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਲੋਕ ਵੱਡੇ ਸ਼ਹਿਰਾਂ ਤੋਂ ਦੂਰ ਨੇ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਨੇੜੇ ਸਰਕਾਰੀ ਅਦਾਰਿਆਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਬਿਹਤਰ ਸਿਹਤ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਸਕਣ? ਐਡਵੋਕੇਟ ਸਾਹਿਬ ਨਾਲ ਮੈਂ ਗੱਲ ਕਰਦਾ ਸੀ, MLA ਸਾਹਿਬ ਨਾਲ, ਤੇ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਪਏ ਹਸਪਤਾਲ ਦੇ ਵਿੱਚੋਂ ਹੁਣ ਮਰੀਜ਼ਾਂ ਨੂੰ ਠੀਕ ਕਰ ਰਹੇ ਹਾਂ। ਹੁਣ ਕਹਾਣੀ ਕੀ ਹੈ, ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਹੈ, ਉਹਨਾਂ ਦੇ ਆਪਣੇ ਹਲਕੇ ਦੀ ਵੀ ਗੱਲ ਪੁੱਛਾਂਗੇ। ਪਰ ਹਸਪੀਟਲ ਦੇ ਵਿੱਚ ਕੀ ਕੁਝ ਪਹਿਲਾਂ ਸੀ, ਕੀ ਕੁਝ ਅੱਜ ਹੈ ਤੇ ਕੀ ਕੁਝ ਭਵਿੱਖ ਦੇ ਵਿੱਚ ਉਹਨਾਂ ਦੀ ਕਰਨ ਦੀ ਜਿਹੜੀ ਉਹ ਇੱਛਾ ਹੈ, ਉਹ ਸਾਰੀਆਂ ਚੀਜ਼ਾਂ ਪੁੱਛਾਂਗੇ। ਗੱਲਬਾਤ ਕਰਦੇ ਹਾਂ ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਨਾਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਾਹਿਬ। ਠੀਕ ਠਾਕ ਹੋ? ਬਿਲਕੁਲ, ਤੁਹਾਡੀ ਕਿਰਪਾ ਹੀ ਵਧੀਆ।
ਮੈਂ ਕੁਰਸੀ ਥੋੜ੍ਹੀ ਜਿਹੀ ਨੇੜੇ ਖਿੱਚ ਲੈਣਾ ਕਿਉਂਕਿ ਪਿੱਛੇ ਬਹੁਤ ਸਾਰੇ ਲੋਕ ਖੜੇ ਨੇ, ਕੋਈ ਦਵਾਈ ਲੈ ਕੇ ਚੱਲਿਆ, ਕੋਈ ਦਵਾਈ ਲੈਣ ਆਇਆ। ਹੌਸਪੀਟਲ ਦੇ ਵਿੱਚ ਆਉਣ ਦਾ ਸਬੱਬ ਜਿਹੜਾ ਉਹ ਬਣ ਗਿਆ। ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਆਪਾਂ ਨੂਰਪੁਰ ਬੇਦੀ ਦੇ ਵਿੱਚ ਬੈਠੇ ਹਾਂ, ਤੁਹਾਡੇ ਰੋਪੜ ਵਿਧਾਨ ਸਭਾ ਹਲਕੇ ਦਾ ਅੰਗ ਹੈ ਅਤੇ ਨੀਮ ਪਹਾੜੀ ਇਲਾਕਾ, ਇੱਕ ਪਾਸੇ ਹਿਮਾਚਲ ਲੱਗਦਾ, ਉੱਚਾ ਨੀਵਾਂ ਇਲਾਕਾ। ਤੁਸੀਂ ਮੈਨੂੰ ਦੱਸ ਰਹੇ ਸੀ ਕਿ ਕਈ ਪਿੰਡ ਤਾਂ ਐਸੇ ਨੇ ਜਿੱਥੇ ਮੋਬਾਈਲ ਦਾ ਨੈਟਵਰਕ ਹੈ ਨਹੀਂ, ਬਿਲਕੁਲ। ਕਈ ਪਿੰਡ ਤੁਹਾਡੇ ਹਲਕੇ 'ਚ ਐਸੇ ਨੇ ਜਿੱਥੇ ਅਜੇ ਸੜਕ ਬਣਨੀ ਹੈ। ਬਿਲਕੁਲ। ਅਤੇ ਇਹਦਾ ਮਤਲਬ ਕਿ ਪੈਂਡਾ ਵਿਖੜਾ ਐਮਐਲਏ ਬਣ ਕੇ ਹੁਣ ਜਾਣੀ ਕਿ ਜ਼ਰੂਰੀ ਨਹੀਂ ਕਿ ਕੋਟ ਪਾ ਕੇ ਬਹਿਣਾ ਹੀ ਸੌਖਾ ਹੋ ਜਾਣਾ। ਉਹ ਚੀਜ਼ਾਂ ਟਿਪਸ ਤੇ ਹੈਗੀਆਂ ਕਿ ਜੋ ਕੁਛ ਕਰਨ ਵਾਲਾ ਕੋਟ ਪਾ ਕੇ ਬੈਠਣ ਲਈ ਤਾਂ ਦੇਖੋ ਐਮਐਲਏ ਬਣੇ ਹੀ ਨਹੀਂ ਹੈ। ਐਮਐਲਏ ਤਾਂ ਕੋਟ ਪਾ ਕੇ ਕੰਮ ਕਰਨ ਲਈ ਬਣੇ ਹੈ। ਅਤੇ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਵੀ ਸਾਡਾ ਜਿਹੜਾ ਏਰੀਆ ਇਹ ਨੋਟੀਫਾਈਡ ਬੈਕਵਰਡ ਏਰੀਆ, ਕਿ ਤਾਂ ਆਪਾਂ ਕਹਿ ਦਿੰਦੇ ਹਾਂ ਬੈਕਵਰਡ, ਸਾਡੇ ਕੋਲ ਤਾਂ ਬੈਕਵਰਡ ਦਾ ਸਰਟੀਫਿਕੇਟ ਹੈ, ਸਰਟੀਫਾਈਡ ਬੈਕਵਰਡ ਏਰੀਆ। ਸਾਡੇ ਕੋਲ ਸਾਡੇ ਹਲਕੇ ਦੇ ਵਿੱਚ ਕੁਛ ਪਿੰਡ ਐਸੇ ਵੀ ਨੇ ਜਿੱਥੇ ਹੁਣ ਤੱਕ ਸੜਕ ਨਹੀਂ ਬਣੀ, ਅਨਕਨੈਕਟਡ ਨੇ ਦੁਨੀਆ ਨਾਲੋਂ। ਕੁਛ ਪਿੰਡ ਐਸੇ ਵੀ ਨੇ ਜਿੱਥੇ ਅੱਜ ਤੱਕ ਮੋਬਾਈਲ ਦਾ ਨੈਟਵਰਕ ਨਹੀਂ ਆਉਂਦਾ। ਅਤੇ ਜਿਹੜੇ ਹੌਸਪੀਟਲ ਦੇ ਵਿੱਚ ਅਸੀਂ ਬੈਠੇ ਹਾਂ, ਇਹ ਨੂਰਪੁਰ ਬੇਦੀ ਬਲਾਕ ਜਿਹੜਾ ਕਿ 50% ਏਰੀਆ ਰੋਪੜ ਵਿਧਾਨ ਸਭਾ ਹਲਕੇ ਦਾ, ਇਸ ਬਲਾਕ ਦਾ ਸਭ ਤੋਂ ਵੱਡਾ ਮੁੱਦਾ ਸੀਗਾ ਇਹ ਹੌਸਪੀਟਲ ਇਲੈਕਸ਼ਨ ਤੋਂ ਪਹਿਲਾਂ। ਕਿਉਂਕਿ ਇਹ ਹੌਸਪੀਟਲ ਪਿਛਲਿਆਂ 10-15 ਸਾਲਾਂ ਦੀ ਜੀ ਹਾਲਤ ਉਹ ਕਰ ਦਿੱਤੀ ਗਈ ਵੀ ਸਿਰਫ ਪਰਚਿਆਂ ਵਾਲਾ ਹੌਸਪੀਟਲ ਨੂੰ ਕਹਿੰਦੇ ਸੀਗੇ, ਜਾਂ ਇਹਨੂੰ ਚਿੱਟਾ ਹੱਥੀ ਕਹਿੰਦੇ ਸੀਗੇ ਕਿ ਇੱਥੇ ਤਾਂ ਜਿਹੜਾ ਕੋਈ ਆਂਦਾ ਉਹ ਜਾਂ ਤਾਂ ਆਪਣਾ 26 ਦਾ ਕੇਸ ਬਣਾ ਲਿਆਂ ਦਾ, ਅਦਰਵਾਈਜ਼ ਇਹ ਹੌਸਪੀਟਲ ਨੂੰ ਚਿੱਟਾ ਹਾਥੀ ਕਹਿੰਦੇ ਸੀਗੇ। ਅਤੇ ਅੱਜ ਦੀ ਜਿਹੜੀ ਇਸ ਹੌਸਪੀਟਲ ਦੀ ਕੰਡੀਸ਼ਨ ਹੈ ਉਹ ਸ਼ਾਇਦ ਮੈਨੂੰ ਦੱਸਣੀ ਨਹੀਂ ਪੈਣੀ, ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਅੱਜ ਕਿੰਨੇ ਕੁ ਮਰੀਜ਼ਾਂ ਨੂੰ ਇੱਥੇ ਸੇਵਾਵਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਐਮਐਲਏ ਸਾਹਿਬ ਮੈਨੂੰ 2-4 ਚੀਜ਼ਾਂ ਜ਼ਰੂਰ ਦੱਸਿਓ। ਮੈਂ ਇਹਦੇ ਤੋਂ ਪਹਿਲਾਂ ਕਿਉਂਕਿ ਆਪਾਂ ਬਹੁਤਾ ਸਮਾਂ ਹੌਸਪੀਟਲ ਦੇ ਉੱਤੇ ਲਾਉਣਾ, ਕਿਉਂਕਿ ਸਾਡਾ ਕੰਮ ਪੱਤਰਕਾਰਾਂ ਦਾ ਹੈਗਾ ਕਿ ਭਾਈ ਖੋਜ ਕਰਨੀ ਨਾ। ਤੁਸੀਂ ਕਿਹਾ ਕਿ ਕੁਛ ਪਿੰਡਾਂ ਨੂੰ ਸੜਕ ਨਹੀਂ ਜਾਂਦੀ, ਤੁਹਾਨੂੰ ਕਿਸੇ ਨੇ ਆ ਕੇ ਦੱਸਿਆ ਹੀ ਹੋਣਾ ਜੇ ਸੜਕ ਨਹੀਂ ਜਾਂਦੀ ਤੁਸੀਂ ਕਿਹੜਾ ਉੱਥੇ ਫਿਰ ਤੁਰ ਕੇ ਜਾਣਾ ਹੀ। ਕੀ ਉਹਨਾਂ ਪਿੰਡਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦੇ ਵਿੱਚ ਕਦਮ ਰੱਖਿਆ ਐਡਵੋਕੇਟ ਦਿਨੇਸ਼ ਚੱਢਾ ਐਮਐਲਏ ਸਾਹਿਬ ਨੇ ਕਿ ਨਹੀਂ ਅਜੇ ਤੱਕ? ਦੇਖੋ, ਆਪਣੇ ਧੰਨਵਾਦੀ ਦੌਰੇ 'ਚ ਮੈਨੂੰ ਇਹ ਲੱਗਿਆ ਵੀ ਸਭ ਤੋਂ ਪਹਿਲਾਂ ਜਾਈਏ ਉੱਥੇ। ਠੀਕ ਹੈ ਜੀ। ਜਿਵੇਂ ਕਿ ਇੱਕ ਪਿੰਡ ਸੀਗਾ ਧਲੌ ਚੈੜੀਆਂ, ਅਤੇ ਉਹ ਇੰਨਾ ਕੁ ਅਨਕਨੈਕਟਡ ਪਿੰਡ ਹੈ ਵੀ ਹਲਕੇ ਵਿੱਚ ਹੀ ਬਹੁਤਿਆਂ ਬੰਦਿਆਂ ਨੂੰ ਪਿੰਡ ਦਾ ਨਾਂ ਨਹੀਂ ਪਤਾ ਹੋਣਾ। ਅੱਛਾ ਜੀ। ਹਲਕੇ ਦੇ ਵਿੱਚ ਜੀ ਇੱਥੇ ਖੜੇ ਲੋਕਾਂ ਕੋਲ ਪੁੱਛ ਲਓ, ਨਹੀਂ ਪਤਾ ਹੋਣਾ। ਠੀਕ ਹੈ। ਅਤੇ ਉੱਥੇ ਜਾਣ ਲਈ ਵੀ ਅਸੀਂ 2-3 ਕਿਲੋਮੀਟਰ ਪੈਦਲ ਚੱਲ ਕੇ ਗਏ ਉੱਥੇ। ਸੜਕ ਬਣਨੀ ਤਾਂ ਦੂਰ ਦੀ ਗੱਲ, ਅੱਜ ਤੱਕ ਉੱਥੇ ਦਾ ਰਸਤਾ ਵੀ ਪ੍ਰੋਪਰ ਆਇਡੈਂਟੀਫਾਈਡ ਨਹੀਂ ਸੀ ਕਿ ਸੜਕ ਬਣਨੀ ਕਿੱਥੇ ਹੈ, ਜੇ ਬਣਾਉਣੀ ਵੀ ਪਹਿਚਾਣ ਹੀ ਨਹੀਂ ਤਾਂ ਬਣਾਉਣੀ ਕਿੱਥੇ ਹੈ, ਕੋਈ ਨਿਸ਼ਾਨਦੇਹੀ ਨਹੀਂ, ਕੁਛ ਨਹੀਂ। ਸੋ ਉਸ ਪਿੰਡ 'ਚ ਜਾ ਕੇ ਬਜ਼ੁਰਗਾਂ ਵੱਲੋਂ ਇਹ ਸੁਣਨ ਨੂੰ ਮਿਲਿਆ ਵੀ ਸਾਡੇ ਪਿੰਡ 'ਚ ਤਾਂ ਐਮਐਲਏ ਕੋਈ ਆਇਆ ਹੀ ਪਹਿਲੀ ਵਾਰ ਹੈ। ਠੀਕ ਹੈ ਜੀ। ਸੋ ਇੱਦਾਂ ਦੇ ਪਿੰਡ ਹਲਕੇ 'ਚ ਹੈਗੇ ਆ ਜੀ, ਅਤੇ ਹੁਣ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਦੁਨੀਆ ਨਾਲ ਜੋੜ ਦਈਏ। ਅੱਛਾ ਐਮਐਲਏ ਸਾਹਿਬ, ਮੈਨੂੰ ਹੁਣ ਦੱਸਿਓ ਕਿ ਮੈਂ ਦੇਖ ਰਿਹਾ 3 ਮੰਜ਼ਿਲਾ ਹੌਸਪੀਟਲ ਆ, ਬਿਲਡਿੰਗ ਸੋਹਣੀ ਬਣੀ ਹੈ, ਯਾਨੀ ਕਿ ਰੁਪਈਏ ਸਰਕਾਰੀ ਇੱਥੇ ਖੂਬ ਲੱਗੇ ਆ। ਤੁਸੀਂ ਪਿਛਲੇ 10-15 ਸਾਲ ਦੀ ਗੱਲ ਕੀਤੀ, ਮੈਂ ਅੱਜ ਦੀ ਗੱਲ ਬਾਅਦ 'ਚ ਪੁੱਛਦਾ ਕਿ ਅੱਜ ਕੀ ਹੈ ਜੀ। ਜਾਣੀ ਕਿ ਜਦੋਂ ਚਿੱਟੇ ਹਾਥੀ ਦੀ ਗੱਲ ਆਉਂਦੀ, ਕੀ ਇੱਥੇ ਇਲਾਜ ਨਹੀਂ ਸੀ ਹੁੰਦਾ, ਡਾਕਟਰ ਘੱਟ ਸੀ, ਦਵਾਈਆਂ ਨਹੀਂ ਸੀ ਮਿਲਦੀਆਂ, ਟੈਸਟ ਨਹੀਂ ਸੀ ਹੁੰਦੇ, ਜਾਣੀ ਇੱਦਾਂ ਦੇ ਹਾਲਾਤ ਕਿਉਂ ਸੀ 10-15 ਸਾਲ? ਜਾਣੀ ਜਦੋਂ ਤੁਸੀਂ ਐਮਐਲਏ ਨਹੀਂ ਸੀ, ਜਦੋਂ ਸੰਘਰਸ਼ ਕਰਦੇ ਸੀ, ਉਦੋਂ ਕੀ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ, ਕਿਉਂਕਿ ਤੁਹਾਡਾ ਪਿੰਡ ਵੀ ਮੁੱਢ ਹੀ ਆ ਇੱਥੇ ਜੀ। ਟੈਸਟਾਂ ਦੀ ਗੱਲ ਇਹ ਹਿਸਾਬ ਲਾ ਲਓ ਵੀ ਅੱਜ ਵੀ ਹਲੇ ਬੈਠੇ ਹਾਂ, ਅੱਜ ਵੀ ਇਸ ਹੌਸਪੀਟਲ ਦੇ ਵਿੱਚ ਡਿਜੀਟਲ ਐਕਸਰੇ ਮਸ਼ੀਨ ਨਹੀਂ ਹੈ ਅਜੇ ਤੱਕ ਵੀ। 3 ਮੰਜ਼ਲੀ ਬਿਲਡਿੰਗ ਹੋਵੇ ਅਤੇ ਹੌਸਪੀਟਲ 'ਚ ਡਿਜੀਟਲ ਐਕਸਰੇ ਮਸ਼ੀਨ ਨਾ ਹੋਵੇ ਜਿਹੜੀ ਸਮੇਂ ਦੀ ਲੋੜ ਹੈ, ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਕਿ ਅੱਜ ਤੱਕ ਦੇ ਹਾਲਾਤ ਕੀ ਸੀਗੇ। ਅਤੇ ਉਹਦਾ ਕਾਰਨ ਇਹ ਸੀਗਾ ਕਿ ਕਰਨ ਵਾਲਿਆਂ ਦੀ ਨੀਅਤ ਚੰਗੀ ਨਹੀਂ ਸੀਗੀ। ਕਰਨ ਵਾਲਿਆਂ ਦੀ ਨੀਅਤ ਇਹ ਸੀਗੀ ਕਿ ਮੌਕੇ ਦੀ ਮੌਕੇ ਮਾਰਕੇਬਾਜ਼ੀ ਕਰਨ ਦੀ ਸੀਗੀ ਕਿ ਬਿਲਡਿੰਗ ਖੜੀ ਕਰਤੀ ਜੀ, ਆਹ ਨੀਂਹ ਪੱਥਰ ਰੱਖਤਾ ਜੀ, ਆਹ ਨੀਂਹ ਪੱਥਰ ਰੱਖਤਾ ਜੀ। ਅਸਲ ਦੇ ਵਿੱਚ ਲੋਕਾਂ ਦੀ ਲੋੜ ਕੀ ਹੈ ਅਤੇ ਉਹ ਪੂਰੀ ਕਿਵੇਂ ਕਰਨੀ ਹੈ, ਉਸ ਪਾਸੇ ਕੋਈ ਨੀਅਤ ਨਹੀਂ ਸੀਗੀ। ਸਿਰਫ ਅਤੇ ਸਿਰਫ ਵੋਟਾਂ ਦੇ ਨੇੜੇ ਆ ਕੇ ਮਾਰਕੇਬਾਜ਼ੀ ਕਰਨ ਦੀ ਉਹਨਾਂ ਦੀ ਨੀਅਤ ਸੀਗੀ। ਇਸ ਕਰਕੇ ਇਸ ਹੌਸਪੀਟਲ ਜਦੋਂ ਬਣਿਆ ਸੀਗਾ, ਇੱਥੇ ਡਾਕਟਰਾਂ ਦੀਆਂ ਰਿਹਾਇਸ਼ਾਂ ਤੱਕ ਬਣੀਆਂ ਹੋਈਆਂ ਕਿਸੇ ਵੇਲੇ। ਹਾਂਜੀ, ਹੁਣ ਵੀ ਹੈਗੀਆਂ, ਪਰ ਉਹ ਉਜਾੜ ਬਣ ਚੁੱਕੀਆਂ, ਉਹਨਾਂ ਜੰਗਲ ਬਣੇ ਹੋਏ ਨੇ। ਆਹ ਬਿਲਡਿੰਗ ਜਿਹੜੀ ਹੈਗੀ ਆ, ਬਿਲਡਿੰਗ ਤੋਂ ਪਿੱਛੇ ਬਹੁਤ ਵੱਡਾ ਖੁੱਲ੍ਹਾ ਏਰੀਆ ਹੈ, ਬਕਾਇਦਾ ਸਾਰੇ ਸਟਾਫ ਦੇ ਦੀਆਂ ਰਿਹਾਇਸ਼ਾਂ ਇੱਥੇ ਬਣੀਆਂ ਹੋਈਆਂ, ਪਰ ਉਹ ਸਾਰਾ ਕੁਝ ਪਿਛਲੇ ਸਮਿਆਂ ਦੇ ਵਿੱਚ ਨਾ ਸਾਂਭਣ ਕਰਕੇ ਸਾਰਾ ਕੁਝ ਉਜਾੜ ਦਿੱਤਾ ਗਿਆ। ਯਾਨੀ ਕਿ ਚੱਲਿਆ ਹੀ ਕੁਛ ਨਹੀਂ ਸਾਰਾ ਕੁਝ। ਇੱਕ ਜਦੋਂ ਸ਼ੁਰੂਆਤੀ ਦੌਰ 'ਚ ਜ਼ਰੂਰ ਚੱਲਦਾ ਸੀਗਾ, ਹੁਣ ਅਸੀਂ ਵੀ ਸੁਣਦੇ ਸੀਗੇ ਕਿ ਇੱਥੇ ਚੰਗੇ ਡਾਕਟਰ ਹੈ, ਉਹਨਾਂ ਦੇ ਨਾਮ ਹੁਣ ਤੱਕ ਚੱਲਦੇ ਨੇ, ਚਾਹੇ ਉਹ ਡਾਕਟਰ ਮਿੱਤਲ ਨੇ, ਚਾਹੇ ਉਦੋਂ ਡਾਕਟਰ ਉਹਦੇ ਨਾਲ ਡਾਕਟਰ ਕਲਿਆਣ ਹੁੰਦੇ ਸੀਗੇ, ਕਈ ਡਾਕਟਰ ਹੋਰ ਇੱਥੇ ਇੱਕ ਡਾਕਟਰ ਜੋੜਾ ਰਿਹਾ, ਉਹ ਪਤੀ ਪਤਨੀ ਸੀਗੇ, ਉਹਨਾਂ ਦੀਆਂ ਉਸ ਵੇਲੇ ਬਹੁਤ ਵਧੀਆ ਚੱਲਦਾ ਸੀਗਾ। ਪਰ ਉਸ ਤੋਂ ਬਾਅਦ 'ਚ ਅਣਗਹਿਲੀ ਕਰਕੇ, ਨੀਅਤ ਨਾ ਹੋਣ ਕਰਕੇ, ਧਿਆਨ ਨਾ ਹੋਣ ਕਰਕੇ ਉਹ ਸਾਰਾ ਕੁਝ ਜਿਹੜਾ ਉਜਾੜ ਦਿੱਤਾ ਗਿਆ। ਜਾਣੀ ਕਹਿਣ ਦਾ ਭਾਵ ਆ ਕਿ ਲੋਕ ਇਲਾਜ ਕਰਾਉਣ ਲਈ ਨਹੀਂ ਸੀ ਆਉਂਦੇ, ਉਹਨਾਂ ਨੂੰ ਲੱਗਦਾ ਸੀ ਕਿ ਸੇਵਾਵਾਂ ਮਿਲਣੀਆਂ ਹੀ ਨਹੀਂ, ਅਤੇ ਜੇ 26 ਬਣਾਉਣੀ ਹੁੰਦੀ ਬੰਦਾ ਭੱਜ ਕੇ ਆ ਜਾਂਦਾ। ਤੁਸੀਂ ਐਮਐਲਏ ਬਣੇ 8 ਮਹੀਨੇ ਹੋ ਗਏ, 8 ਮਹੀਨਿਆਂ ਦੇ ਵਿੱਚ ਇਸ ਹੌਸਪੀਟਲ ਦੇ ਲਈ
MLA ਦਿਨੇਸ਼ ਚੱਢਾ ਨੇ ਕੀ ਕੀਤਾ? ਜਾਣੀ ਪਿਛਲਿਆਂ ਨੇ ਨਹੀਂ ਕੀਤਾ, ਆਪਾਂ ਪੰਡ ਬੰਨ੍ਹ ਕੇ ਪਰਲੇ ਪਾਸੇ ਰੱਖ ਦਿੰਦੇ ਹਾਂ। ਹੁਣ ਕੀਤਾ ਕੀ? ਜਾਣੀ ਪਤਾ ਲੱਗੇ ਨਾ ਕਿ ਨੂਰਪੁਰ ਬੇਦੀ ਬਲਾਕ ਤੁਸੀਂ ਕਿਹਾ ਤੁਹਾਡੇ ਵਿਧਾਨ ਸਭਾ ਹਲਕੇ ਦਾ ਅੱਧਾ ਲੋਕਾਂ ਦਾ ਜਿਹੜਾ ਕੁਨਬਾ ਇੱਥੇ ਰਹਿੰਦਾ। 8 ਮਹੀਨਿਆਂ ਦੇ ਵਿੱਚ ਤੁਹਾਡੀ ਕੀ ਦੇਣਾ ਜੀ ਹਸਪਤਾਲ ਨੂੰ? ਹੁਣ ਕੀ ਕੰਮ ਰਨਿੰਗ ਦੇ ਵਿੱਚ ਆ ਗਿਆ? ਪਹਿਲੀ ਗੱਲ ਤਾਂ ਮੈਂ ਬਹੁਤ ਕਲੀਅਰ ਕਰ ਦੇਵਾਂ ਜੀ ਵੀ ਮੇਰੀ ਆਪਣੀ ਜੇਬ 'ਚ ਕੋਈ ਦੇਣ ਨਹੀਂ ਹੈ। ਜੋ ਹੈ ਲੋਕਾਂ ਦਾ ਪੈਸਾ ਹੀ ਲੋਕਾਂ 'ਤੇ ਲੱਗ ਰਿਹਾ। ਤੇ ਹਸਪੀਟਲ 'ਚ ਬਦਲਿਆ ਕੀ ਹੈ? ਉਹ ਇਹ ਹੈ ਕਿ ਪਹਿਲਾਂ ਇੱਥੇ ਰੋਜ਼ ਦੇ 25 30 40 ਇੰਨੇ ਮਰੀਜ਼ਾਂ ਦੀ OPD ਸੀਗੀ ਟੋਟਲ ਡੇਲੀ ਦੀ। ਤੇ ਅੱਜ ਜਿਹੜੀ ਇੱਥੇ OPD ਆ ਉਹ 250 300 ਦੀ ਹੈ। ਅੰਕੜੇ ਤੁਹਾਡੇ ਕੋਲ ਨੇ, ਸਰਕਾਰੀ ਅੰਕੜੇ, ਅੰਦਰ ਜਾ ਕੇ ਚੈੱਕ ਕਰ ਲਿਓ। ਇਹ 10 ਗੁਣਾ ਜਿਹੜੀ OPD ਲਗਭਗ ਉਹ ਇੱਥੇ ਹੋ ਗਈ ਹੈ। ਵੱਡਾ ਬਦਲਾਅ ਤਾਂ ਇੱਥੇ ਤੁਸੀਂ ਦੇਖ ਸਕਦੇ ਆ। ਕੰਧਾਂ ਦਵਾਈ ਦੇਣ ਲੱਗ ਪਈਆਂ ਜਾਨੀ ਤੁਹਾਡੇ MLA ਬਣ ਅੱਜ ਇਸ ਹਸਪੀਟਲ ਦੇ ਵਿੱਚ ਜੇ ਇੰਨੇ ਮਰੀਜ਼ ਡਾਕਟਰਾਂ ਦੇ ਕੋਲ ਆਏ ਨੇ, ਉਹ ਇਸ ਕਰਕੇ ਆਏ ਨੇ ਕਿਉਂਕਿ ਅੰਦਰ ਡਾਕਟਰ ਬੈਠੇ ਨੇ। ਅੱਜ ਇਸ ਹਸਪੀਟਲ ਦੇ ਵਿੱਚ ਹੱਡੀਆਂ ਦੇ ਮਾਹਿਰ ਵੀ ਆ ਰਹੇ ਨੇ। ਅੱਜ ਇਸ ਹਸਪੀਟਲ ਦੇ ਵਿੱਚ ਮੈਡੀਕਲ ਸਪੈਸ਼ਲਿਸਟ ਜਿਹੜੇ ਮੈਡੀਸਿਨ ਦੇ ਵੀ ਆ ਰਹੇ ਨੇ। ਅੱਜ ਇਹਦੇ ਗਾਇਨੋਕੋਲੋਜਿਸਟ ਵੀ ਨੇ, ਇਹਦੇ ਅੱਖਾਂ ਦੇ ਮਾਹਿਰ ਵੀ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਲੱਗਿਆ ਕਿ ਅੱਜ ਇਹ ਪੰਜਾਬ ਦਾ ਇਕਲੌਤਾ ਹਸਪੀਟਲ ਹੈ ਜਿੱਥੇ 3 ਸੁਪਰ ਸਪੈਸ਼ਲਿਸਟ ਜਿਨ੍ਹਾਂ ਦੀ ਅਪਾਇੰਟਮੈਂਟ ਲੈਣੀ ਪੈਂਦੀ ਹੈ ਮੋਟੀਆਂ ਫੀਸਾਂ ਦੇ ਕੇ। ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਵੀ ਅਪਾਇੰਟਮੈਂਟ ਲੈ ਕੇ ਜਾਣਾ ਪੈਂਦਾ। ਅੱਜ 3 ਸੁਪਰ ਸਪੈਸ਼ਲਿਸਟ ਇਸ ਹਸਪੀਟਲ ਦੇ ਵਿੱਚ ਬਿਨਾਂ ਤਨਖਾਹ ਤੋਂ ਸਵੈ ਇੱਛੁਕ ਤੌਰ 'ਤੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ। ਮੈਂ ਪਹਿਲਾਂ ਕਿਹਾ ਕਿ ਮੈਂ ਆਪਣੀ ਜੇਬ 'ਚੋਂ ਕੁਝ ਨਹੀਂ ਕੀਤਾ, ਅਸੀਂ ਸਿਰਫ ਇੱਕ ਰਾਹ ਚੁਣਿਆ। ਇੱਕ ਨੀਅਤ ਚੰਗੀ ਚਾਹੀਦੀ ਹੈ। ਫਿਰ ਕਹਿੰਦੇ ਨੀਤਾਂ ਨੂੰ ਮੁਰਾਦਾਂ। ਤੇ ਜਿਨ੍ਹਾਂ ਨੂੰ ਅਸੀਂ ਲੱਖਾਂ ਰੁਪਇਆ ਮਹੀਨੇ 'ਚ ਲੱਭਦੇ ਸੀਗੇ, ਅੱਜ 3 ਸੁਪਰ ਸਪੈਸ਼ਲਿਸਟ ਅੱਜ ਤੁਸੀਂ ਅੰਦਰ ਜਾ ਕੇ ਦੇਖ ਲਓ ਬੈਠੇ ਨੇ, ਜਿਹਦੇ 'ਚ ਡਾਕਟਰ ਸੰਜੀਵ ਸਰੋਆ ਨੇ, ਦਿਲ ਦੇ ਰੋਗਾਂ ਦੇ ਮਾਹਰ। ਦਿਲ ਦੇ ਰੋਗਾਂ ਦੇ ਮਾਹਰ ਕਿੱਥੋਂ ਨੇ? MD ਕਾਰਡੀਓ PGI ਤੋਂ, MD ਮੈਡੀਸਿਨ PGI ਤੋਂ। ਤੇ ਡਾਕਟਰ ਨਿਤਿਸ਼ ਅਰੋੜਾ ਜਿਹੜੇ ਕਿ ਨਿਊਰੋ ਸਰਜਨ ਨੇ, ਡਾਕਟਰ ਸੋਨਿਕਾ ਅਰੋੜਾ ਜਿਹੜੇ ਕਿ ਪਲਾਸਟਿਕ ਸਰਜਨ ਨੇ। ਉਹ 3 ਅੰਦਰ ਸਵੈ ਇੱਛੁਕ ਤੌਰ 'ਤੇ ਬਿਨਾਂ ਤਨਖਾਹ ਤੋਂ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ। ਤੇ ਇਹ ਪੰਜਾਬ ਦੇ ਵਿੱਚ ਕਿਸੇ ਹੋਰ ਹਸਪੀਟਲ 'ਚ ਨਹੀਂ ਹੋਣੇ ਹੈ। ਤੇ ਤੁਸੀਂ ਦੇਖ ਲੈਣਾ ਕਿ ਕਿੰਨੇ ਮਰੀਜ਼ ਹੈ ਜਿਹੜੇ ਅੱਜ ਇਹਨਾਂ ਸਵੈਛੁਕ ਤੌਰ 'ਤੇ ਸੇਵਾਵਾਂ ਦੇ ਰਹੇ ਡਾਕਟਰਾਂ ਦੇ ਕੋਲ ਆਪਣਾ ਇਲਾਜ ਕਰਾਉਣ ਲਈ ਆਏ ਹੋਣੇ ਆ। ਨਹੀਂ ਇਸੇ ਕੰਮ ਲਈ ਇਹਨਾਂ ਨੂੰ ਚੰਡੀਗੜ੍ਹ ਜਾਣਾ ਪੈਣਾ ਸੀ। ਐਡਵੋਕੇਟ ਦਿਨੇਸ਼ ਚੱਢਾ ਸਾਹਿਬ MLA ਵਿਧਾਨ ਸਭਾ ਹਲਕਾ ਰੋਪੜ, ਜਦੋਂ ਉਹ ਦੱਸ ਰਹੇ ਸੀ ਕਿ ਭਾਈ ਉਸ ਹਸਪੀਟਲ ਦੇ ਵਿੱਚ ਕੁਝ ਨਿਵੇਕਲਾ ਕੰਮ ਹੋ ਰਿਹਾ। ਹੁਣ ਮੈਂ ਆਪਦੇ ਸ਼ਬਦਾਂ ਦੇ ਵਿੱਚ ਜੇ ਗੱਲ ਕਹਾਂ ਕਿ ਜਿਹੜੇ 3 ਡਾਕਟਰ ਸਾਹਿਬਾਨ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ, ਉਹ ਇੱਥੇ ਹਫ਼ਤੇ ਦੇ ਵਿੱਚ ਨਿਰਧਾਰਿਤ ਦਿਨਾਂ 'ਚ ਆਉਂਦੇ ਆ, ਤਨਖਾਹ ਕੋਈ ਨਹੀਂ ਲੈਂਦੇ, ਉਹ ਮਰੀਜ਼ਾਂ ਨੂੰ ਮੁਫਤ ਸੇਵਾਵਾਂ ਦਿੰਦੇ ਆ। ਹੁਣ ਆਮ ਤੌਰ ਦੇ ਉੱਤੇ ਡਾਕਟਰੀ ਪੇਸ਼ੇ ਦੇ ਨਾਲ ਸੰਬੰਧਿਤ ਤਾਂ ਇਹ ਕਿਹਾ ਜਾਂਦਾ ਜੀ ਬੜੇ ਪੈਸੇ ਵੱਢਦੇ ਆ, ਉਹਨਾਂ ਦੇ ਕੋਲੇ ਤਾਂ ਪੈਸਾ ਬੜਾ ਹੁੰਦਾ। ਉਹ ਤਾਂ ਜੀ ਜੇ ਬੰਦੇ ਦੀ ਮੌਤ ਵੀ ਹੋ ਜਾਏ, ਡੈੱਡ ਬੋਡੀ ਵੀ ਜਿਹੜੀ ਹੈ ਉਹ ਉਦੋਂ ਕਿ ਦਿੰਦੇ ਆ ਜਦੋਂ ਸਾਰਾ ਹਿਸਾਬ ਕਿਤਾਬ ਹੋ ਜਾਵੇ। ਪਰ ਦੂਸਰੇ ਪਾਸੇ ਡਾਕਟਰਾਂ ਦਾ ਇਹ ਰੂਪ ਜਿਹੜਾ ਉਹ ਅੱਜ ਆਪਾਂ ਇੱਥੇ ਦੇਖਾਂਗੇ। ਉਹਨਾਂ ਦੇ ਵਿੱਚੋਂ ਕੁਝ ਇੱਕ ਡਾਕਟਰ ਸਾਹਿਬਾਨ ਜਿਹੜੇ ਕਿ ਮੁਫਤ ਸੇਵਾਵਾਂ ਇੱਥੇ ਆ ਕੇ ਦੇ ਰਹੇ ਆ, ਮਰੀਜ਼ਾਂ ਨੂੰ ਦੇਖਦੇ ਆ, ਬਿਮਾਰੀ ਦਾ ਇਲਾਜ ਕਰਦੇ ਆ, ਪਰ ਰੁਪਈਆ ਨਹੀਂ ਲੈਂਦੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਰ ਜੇ ਸੱਚੀ ਮੁੱਚੀ ਇਹ ਗੱਲ ਨੂਰਪੁਰ ਬੇਦੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੋ ਸਕਦੀ ਹੈ ਤਾਂ ਪੰਜਾਬ ਦੇ ਬਾਕੀ ਜਿਹੜੇ ਬਲਾਕ ਨੇ, ਪੰਜਾਬ ਦੇ ਬਾਕੀ ਜਿਹੜੇ ਵਿਧਾਨ ਸਭਾ ਹਲਕੇ ਨੇ, ਸਰਕਾਰੀ ਹਸਪੀਟਲ ਨੇ, ਉਧਰਲੇ ਪਾਸੇ ਨੂੰ ਵੀ ਗੱਲ ਕਿਤੇ ਨਾ ਕਿਤੇ ਵੱਧ ਸਕਦੀ ਹੈ। ਮਰੀਜ਼ਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੰਭਵ ਕਿੱਦਾਂ ਹੋਇਆ ਜਾਣੀ ਕਿ 3 ਡਾਕਟਰ ਇਹੀ ਇੱਕ ਦਿਨ ਜੇ ਇਹ ਕਿਤੇ ਆਪਣੇ ਘਰ ਕਿਤੇ ਪ੍ਰਾਈਵੇਟ ਹਸਪੀਟਲ ਜਾਂ ਹੋਰ ਕਿਤੇ ਲਾਉਣ, ਸ਼ਾਮ ਤੱਕ 20-25 30 ਹਜ਼ਾਰ ਕਿਤੇ ਗਿਆ ਨਹੀਂ। ਜਾਣੀ ਵੀ ਇਹਨਾਂ ਨੂੰ ਮਿਹਨਤ ਤਰਲਾ ਕੀਤਾ, ਸੰਪਰਕ ਕੀਤਾ, ਕਿਵੇਂ ਕਨੈਕਸ਼ਨ ਜੋੜ ਲਿਆ? ਬਰਾੜ ਸਾਹਿਬ, ਜਦੋਂ ਅਸੀਂ ਹਸਪੀਟਲ ਨੂੰ ਸੁਧਾਰਨਾ ਸ਼ੁਰੂ ਕੀਤਾ ਨਾ ਜੀ, ਮੈਂ ਜਿੱਤਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਏ ਇੱਥੇ। ਮੈਂ ਇੱਥੇ ਆ ਕੇ ਕੋਈ ਛਾਪਾ ਨਹੀਂ ਮਾਰਿਆ, ਕੋਈ ਰੇਡ ਨਹੀਂ ਮਾਰੀ। ਮੈਂ ਡਾਕਟਰ ਸਾਹਿਬਾਨ ਨੂੰ ਬਿਠਾ ਕੇ ਬੇਨਤੀ ਕੀਤੀ, ਪੁੱਛਿਆ ਵੀ ਇਹਨੂੰ ਅਸੀਂ ਕਿਵੇਂ ਕਾਮਯਾਬ ਕਰ ਸਕਦੇ ਹਾਂ। ਸਮਝਾਓ। ਉਹ ਕਹਿੰਦੇ ਕਾਮਯਾਬ ਕਿਵੇਂ ਕਰੀਏ, ਸਾਡੇ ਕੋਲ ਤਾਂ ਵਾਟਰ ਕੂਲਰ ਤੱਕ ਨਹੀਂ ਹੈ, ਸਾਡੇ ਕੋਲ ਜਨਰੇਟਰ ਨਹੀਂ ਹੈ, ਸਾਡੇ ਕੋਲ ਐਮਰਜੈਂਸੀ AC ਨਹੀਂ ਹੈ। ਸੋ ਮੈਂ ਬੜਾ ਹੈਰਾਨ ਹੋਇਆ ਵੀ ਜਿਹੜੇ ਲੋਕ ਇਲੈਕਸ਼ਨ 'ਚ ਸ਼ਰਾਬਾਂ ਦੇ ਟਰੱਕ ਭਰ ਕੇ ਵੰਡਦੇ ਸੀਗੇ, ਉਹ ਜਿਹੜਾ ਸਭ ਤੋਂ ਵੱਡਾ ਮੁੱਦਾ ਹਲਕੇ ਦਾ, ਉੱਥੇ ਇੱਕ ਵਾਟਰ ਕੂਲਰ AC ਨਹੀਂ ਉਹ ਲਵਾ ਸਕਦੇ ਸੀਗੇ। ਸੋ ਵਾਟਰ ਕੂਲਰ ਤਾਂ ਅਸੀਂ ਜਦ ਹੀ ਕਿਸੇ ਨਾ ਕਿਸੇ ਦਾਨੀ ਸੱਜਣ ਨੇ ਮੌਕੇ 'ਤੇ ਲਵਾਤਾ। AC ਨਾਲੇ ਜਿਹੜੇ ਜਨਰੇਟਰ ਹੈ ਉਹ ਅਸੀਂ ਸਰਕਾਰ ਤੋਂ ਬਿੱਲ ਪਾਸ ਕਰਾਉਣ ਦਾ ਇੰਤਜ਼ਾਰ ਨਹੀਂ ਕੀਤਾ, ਉਹ ਵੀ ਅਸੀਂ ਲੋਕਲੀ ਅਰੇਂਜ ਕਰ ਲਏ, ਉਹ ਵੀ ਨਾਲ ਦੀ ਨਾਲ ਹੀ ਲਵਾਤੇ। ਫਿਰ ਸਾਨੂੰ ਲੱਗਿਆ ਕਿ ਫਿਰ ਜਿਹੜੇ ਹੋਰ ਡਾਕਟਰ ਜਿਹੜੇ ਕਿਤੇ ਜਿਨ੍ਹਾਂ ਕੋਲ ਸਮਾਂ ਸੀਗਾ, ਜਿਹੜੀ ਗਵਰਨਮੈਂਟ ਨੌਕਰੀ ਦੇ ਵਿੱਚ ਹੈ, ਕੋਈ ਹੋਰ ਹਸਪੀਟਲ 'ਚ ਬੈਠੇ ਹੈ, ਉਹਨਾਂ ਕੋਲ ਹਫ਼ਤੇ 'ਚ 1-2 ਦਿਨ ਦਾ ਸਮਾਂ ਮੰਨ ਲਓ ਸਪੇਅਰ ਕੀਤਾ ਜਾ ਸਕਦਾ ਸੀਗਾ, ਉਹਨਾਂ ਦੀਆਂ ਡਿਊਟੀਆਂ ਉਹਨਾਂ ਨੂੰ ਬੇਨਤੀ ਕਰਕੇ ਇੱਥੇ ਲਵਾਈਆਂ। ਤੁਸੀਂ ਸ਼ੁੱਕਰਵਾਰ ਆ ਜਾਓ, ਹਾਂ ਇੱਥੇ ਆਓ। ਉਹਨਾਂ ਨੇ ਇੱਥੇ ਆਉਣਾ ਸ਼ੁਰੂ ਕੀਤਾ, ਉਹਦੇ ਨਾਲ ਕਾਫੀ ਲੋਕਾਂ ਨੂੰ ਸਹੂਲਤ ਮਿਲਣੀ ਸ਼ੁਰੂ ਹੋਈ।
ਫਿਰ ਮੈਨੂੰ ਲੱਗਿਆ ਕਿ ਯਾਰ ਅਸੀਂ ਹੋਰ ਬਿਹਤਰ ਸਹੂਲਤਾਂ ਦੇਣੀਆਂ, ਵੀ ਚਾਹੇ ਅਸੀਂ ਜੇਬ 'ਚੋਂ ਪੈਸੇ ਇਕੱਠੇ ਕਰੀਏ। ਮੈਂ ਕੁਝ ਲੋਕਾਂ ਨਾਲ ਸਲਾਹ ਕਰਨੀ ਸ਼ੁਰੂ ਕੀਤੀ ਕਿ ਅਸੀਂ ਯਾਰ 3-4 ਲੱਖ ਰੁਪਏ ਕਿਸੇ ਤਰ੍ਹਾਂ ਚੈਰਿਟੀ ਦਾ ਇਕੱਠਾ ਕਰਕੇ ਕੋਈ ਡਾਕਟਰ ਰੱਖਣੇ ਆ। ਜਦੋਂ ਅਸੀਂ ਡਾਕਟਰਾਂ ਦੀ ਭਾਲ ਸ਼ੁਰੂ ਕੀਤੀ, ਫਿਰ ਸਾਡੇ ਅੱਗੇ ਪਿੱਛੇ ਪੜ੍ਹੇ ਹੋਏ ਡਾਕਟਰ ਇਹ ਜਿਹੜੇ ਆਉਂਦੇ ਨੇ, ਕੋਈ ਸਾਡਾ ਜੂਨੀਅਰ ਹੈ, ਕੋਈ ਸਾਡਾ ਸੀਨੀਅਰ ਹੈ, ਇੱਕ ਤਾਂ ਇਸੇ ਪਿੰਡ ਦੇ ਨੇ, ਕਾਲਜ ਮੇਰੇ ਤੋਂ ਇੱਕ ਕਲਾਸ ਅੱਗੇ ਪੜ੍ਹਦੇ ਸੀਗੇ। ਜਦੋਂ ਇਹਨਾਂ ਤੱਕ ਗੱਲ ਪੁੱਜੀ ਸਾਡੀ, ਤਾਂ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਤਾਂ ਜਦੋਂ ਆਪਣੇ ਆਪਣੇ ਇਲਾਕੇ ਦੇ, ਆਪਣੇ ਪਿੰਡ ਦੇ ਹਸਪੀਟਲ ਲਈ ਅਸੀਂ ਤਾਂ ਬਿਨਾਂ ਕੋਈ ਪੈਸਾ ਲਈ ਸੇਵਾ ਦੇਣ ਨੂੰ ਤਿਆਰ ਹੈ। ਉਹ ਫਿਰ ਜਿਹੜਾ ਅਸੀਂ ਨੀਤਾਂ ਨੂੰ ਮੁਰਾਦਾਂ 4 ਲੱਖ ਰੁਪਇਆ ਇਕੱਠਾ ਕਰਨ ਨੂੰ ਫਿਰਦੇ ਸੀਗੇ, ਉਹ ਸਾਡਾ ਸਰ ਗਿਆ। ਉਹ ਇੱਕ ਨਹੀਂ, ਇੱਕ ਦੀ ਬਜਾਏ 4 ਦਾ 12 ਲੱਖ ਵਾਲਾ ਕੰਮ ਹੋ ਗਿਆ। 3 ਡਾਕਟਰ ਸਾਨੂੰ ਮੁਫਤ ਦੇ ਵਿੱਚ ਜਿਹੜੇ ਉਹ ਮਿਲ ਗਏ, ਜਿਹੜੇ ਕਿ ਇੱਥੇ ਸੇਵਾਵਾਂ ਦੇ ਰਹੇ ਹਨ ਜੀ। MLA ਸਾਹਿਬ, ਆਪਾਂ ਅੰਦਰ ਵੀ ਜਾਣਾ, ਡਾਕਟਰ ਸਾਹਿਬਾਨ ਦੇ ਨਾਲ ਵੀ ਗੱਲਬਾਤ ਕਰਨੀ ਹੈ। ਮੈਂ ਇਹ ਜ਼ਰੂਰ ਚਾਹੁੰਦਾ ਕਿ ਕੀ ਤੁਸੀਂ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹੋ, ਮਰੀਜ਼ਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਕਿ ਭਾਈ ਉਹਨਾਂ ਦੀ ਕੋਈ ਹੋਰ ਘਾਟ ਉਹਨਾਂ ਨੂੰ ਲੱਗੇ, ਕਮਜ਼ੋਰੀ ਲੱਗੇ ਕਿ ਭਾਈ ਇੱਥੇ ਆਹ ਚੀਜ਼ ਠੀਕ ਨਹੀਂ ਜਾਂ ਹੋਰ ਕੀ ਬਿਹਤਰ ਹੋ ਸਕਦਾ, ਜਾਂ ਫਿਰ ਆਲੇ ਦੁਆਲੇ ਗਨਮੈਨ ਹੁੰਦੇ ਆ ਤੇ ਐਂ ਸ਼ੂ ਕਰਕੇ ਲੰਘ ਜਾਂਦੇ ਹੋ? ਗਨਮੈਨ ਤੁਸੀਂ ਮੇਰੇ ਆਲੇ ਦੁਆਲੇ ਲੱਭ ਲਓ ਜੀ ਆਪਣਾ ਕੈਮਰਾ ਘੁਮਾ ਕੇ। ਤੇ ਦੂਜੀ ਗੱਲ ਇਹ, ਮੈਂ ਇੱਥੇ ਸਿਰਫ ਮਰੀਜ਼ਾਂ ਨਾਲ ਗੱਲਬਾਤ ਕਰਨੀ ਆਉਂਦਾ, ਮੈਂ ਬਤੌਰ ਮਰੀਜ਼ ਵੀ ਆਉਂਦਾ ਜੀ। ਠੀਕ ਹੈ ਜੀ। ਤੇ ਜਦੋਂ ਖੁਦ ਨੂੰ ਲੋੜ ਪੈਂਦੀ ਹੈ ਜੀ, ਤਾਂ ਇੱਥੋਂ ਵਧੀਆ ਡਾਕਟਰ ਕਿਤੇ ਨਹੀਂ ਹੈਗੇ। ਆਹੀ ਜਿਹੜੀ ਤੁਸੀਂ ਅੰਦਰ ਜਾ ਕੇ ਲਾਈਨ ਦੇਖ ਲੈਣੀ ਹੈ, ਇਸੇ ਲਾਈਨ 'ਚ ਪਰਚੀ ਕਟਾ ਕੇ ਮੈਂ ਆਪ ਵੀ ਇੱਥੋਂ ਦਵਾਈ ਲੈ ਕੇ ਜਾਂਦਾ ਜੀ। ਪਿੰਡ ਮੇਰਾ ਇੱਥੋਂ 2-3 ਕਿਲੋਮੀਟਰ ਹੀ ਹੈ ਜੀ। ਕੀ ਬਾਤ ਹੈ ਜੀ। ਠੀਕ ਹੈ ਜੀ। ਤੇ ਹੋਰ ਜਿਹੜਾ ਇਸ ਹਸਪੀਟਲ ਦੇ ਵਿੱਚ ਜਦੋਂ ਤੋਂ ਇਹ ਆਪਾਂ ਸ਼ੁਰੂ ਕੀਤਾ, ਇਸ ਹਸਪੀਟਲ ਜਿਹੜੇ ਬੈੱਡ ਹੈ, ਜਿੱਥੇ ਲੜਾਈ ਝਗੜੇ ਮਰੀਜ਼ ਉੱਪਰ ਪੈਂਦੇ ਸੀਗੇ, ਕਿਉਂਕਿ ਉਹਦਾ ਗੁੱਸੇ ਹੁੰਦੀ ਲੜਾਈ ਝਗੜੇ ਵਾਲੇ, ਉਹਨੂੰ ਬੈੱਡਾਂ ਦੀ ਫਿਰ ਲੋੜ ਜਿਹੇ ਮਰਜ਼ੀ ਹੋਣ। ਇਸ ਹਸਪਤਾਲ ਦੇ ਨਵੇਂ ਬੈੱਡ 20 ਸਾਲ ਬਾਅਦ ਚੇਂਜ ਹੋਏ ਆ ਜੀ। 20 ਸਾਲ ਬਾਅਦ? ਹਾਂਜੀ। ਟਰੂ ਨੈਟ ਮਸ਼ੀਨ ਨਵੀਂ ਇੱਥੇ ਆਈ ਹੈ, ਬੈੱਡ ਨਾਲੇ ਗੱਦੇ ਨਵੇਂ ਇੱਥੇ ਆਏ ਆ। ਪੇਸ਼ੈਂਟ ਟਰੋਲੀ ਜਿਹੜੀ ਹੈ, 20 ਪੇਸ਼ੈਂਟ ਟਰੋਲੀਆਂ ਇੱਥੇ ਨਵੀਆਂ ਆਈਆਂ। ਇਲੈਕਟ੍ਰਿਕ ਜਨਰੇਟਰ ਆ ਗਿਆ। ਸੀਲਿੰਗ ਫੈਨ 10 ਇੱਥੇ ਹੁਣ ਲਵਾਏ ਆ ਜੀ। ਕੀ ਬਾਤ। ਤੇ ਵਾਟਰ ਕੂਲਰ ਵਿਦ RO ਸਿਸਟਮ ਉਹ ਇੱਥੇ ਹੁਣ ਆਇਆ ਜੀ। ਏਅਰ ਕੰਡੀਸ਼ਨਿੰਗ ਜਿਹੜੀ ਆਫ ਦਾ ਐਮਰਜੈਂਸੀ ਇੱਥੇ ਹੁਣ ਹੋਈ ਹੈ ਜੀ। ਹੁਣ ਜਿਹੜਾ ਜਲਦੀ ਕੁਝ ਦਿਨ ਦੇ ਵਿੱਚ ਹੀ ਡਿਜੀਟਲ ਐਕਸਰੇ ਮਸ਼ੀਨ ਵੀ ਅਸੀਂ ਇੱਥੇ ਲਿਆ ਰਹੇ ਹਾਂ। ਤੇ ਜਿਹੜਾ ਆਪਰੇਸ਼ਨ ਥੀਏਟਰ ਹੈ, ਉਹਦੀ ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ 7 ਸਾਲ ਤੋਂ ਬੰਦ ਸੀਗਾ, ਉਹ 7 ਸਾਲ ਬਾਅਦ ਇੱਥੇ ਹੁਣ ਖੁੱਲ੍ਹਿਆ ਜੀ। ਖੋਲ ਦਿੱਤਾ? ਹਾਂ, ਉਹ ਖੋਲ੍ਹਤਾ। ਇੱਕ ਸਾਡੇ ਡਾਕਟਰ ਉਹ ਕਿਤੇ ਕਿਸੇ ਡਿਸਪੈਂਸਰੀ ਦੇ ਵਿੱਚ ਉਹਨਾਂ ਉੱਥੇ ਪ੍ਰੋਪਰ ਯੂਜ਼ ਨਹੀਂ ਹੋ ਰਿਹਾ ਸੀਗਾ, ਸੀਗੇ ਉਹ ਸਰਜਨ, ਉਹਨਾਂ ਦੀ ਡਿਊਟੀ ਇੱਥੇ ਲਵਾਤੀ ਸੀਗੀ। ਅੱਜ ਕੱਲ੍ਹ ਉਹ ਕੁਝ ਦਿਨ ਦੇ ਲਈ ਲੁਧਿਆਣੇ ਆਪਣੀ ਟ੍ਰੇਨਿੰਗ ਕਰਨ ਗਏ ਆ, ਅਦਰਵਾਈਜ਼ ਉਹਨਾਂ ਨੇ ਇਹਨੂੰ ਚਾਲੂ ਕਰ ਲਿਆ। 7 ਸਾਲ ਬਾਅਦ ਦਰਵਾਜ਼ਾ ਖੋਲ੍ਹਤਾ? ਬਿਲਕੁਲ ਜੀ। ਇੱਕ ਡਾਕਟਰ ਸਾਡਾ ਡਿਸਟ੍ਰਿਕਟ ਤੋਂ ਇੱਥੇ ਆਉਣ ਲੱਗ ਗਿਆ ਸੀਗਾ, ਤੇ ਇੱਕ ਉਹ ਡਿਸਪੈਂਸਰੀ ਦੇ ਵਿੱਚ ਉਹਨਾਂ ਦੀ ਡਿਊਟੀ ਆਪਾਂ ਇੱਥੇ ਲਵਾਈ ਸੀਗੀ। ਇਹ ਸਾਰੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਮੈਂ ਵੈਸੇ ਆਪਾਂ ਨੂੰ 5-7 ਲੱਖ ਬੰਦੇ ਹੀ ਸੁਣਦੇ ਹੋਣੇ, ਕਿਹੜਾ ਕਿਸੇ ਕੋਲ ਗੱਲ ਜਾਣੀ ਆ। ਤੁਸੀਂ 8 ਮਹੀਨਿਆਂ 'ਚ ਕਿੰਨੀਆਂ ਸਿਫਾਰਸ਼ਾਂ ਕੀਤੀਆਂ ਕਿ 26 ਸਾਡਾ ਬੰਦਾ ਜੀ ਇਹਦੇ ਇੱਦਾਂ? ਵੈਸੇ ਗੱਲ ਕਰ ਨਹੀਂ, ਬਿਲਕੁਲ ਨਹੀਂ ਜੀ। ਅਸੀਂ ਤਾਂ ਜਿੱਥੋਂ ਵੀ ਸਾਨੂੰ ਲੜਾਈ ਝਗੜੇ ਦਾ ਫੋਨ ਆਇਆ ਜੀ, ਸਾਡਾ ਫੋਨ ਤਾਂ ਇਹੀ ਜਾਂਦਾ ਥਾਣੇ ਵੀ ਕਿਸੇ ਤਰ੍ਹਾਂ ਫੈਸਲਾ ਕਰਾ ਦਿਓ, ਫੈਸਲੇ ਨਾਲ ਗੱਲ ਨਿਬੇੜ ਦਿਓ। ਤੇ ਸਗੋਂ ਸਾਡੀ ਜਿਹੜੀ ਲੜਾਈ ਹੈ, ਸਗੋਂ ਸਾਨੂੰ ਜਿਹੜੇ ਅਫਸਰਾਂ ਨਾਲ ਉਹ ਉਲਟੀ ਇਸ ਗੱਲ ਤੋਂ ਹੋਈ ਹੈ ਵੀ ਪਰਚੀ ਤੁਸੀਂ ਕਰਦੇ ਕਿਉਂ ਹੈ। ਕਿਉਂਕਿ ਬਹੁਤ ਸਾਰੇ ਕੇਸ ਐਸੇ ਦੇਖਣ ਨੂੰ ਮਿਲੇ ਜਿਹੜੇ ਸਾਡੇ ਨੌਲੇਜ ਤੋਂ ਬਿਨਾਂ ਉਹ ਕਹਿੰਦੇ ਸਾਨੂੰ ਤਾਂ ਬਸ ਡਾਕਟਰ ਤੋਂ ਰਿਪੋਰਟ ਆ ਗਈ ਸੀ, ਪਰਚਾ ਕੱਟਤਾ। ਸਾਡੀ ਕੋਸ਼ਿਸ਼ ਉਹਨਾਂ ਨੂੰ ਇਹ ਇੰਸਟਰਕਸ਼ਨ ਹੁੰਦੀ ਹੈ ਵੀ ਤੁਸੀਂ ਪਹਿਲਾਂ ਬੈਸਟ ਐਫਰਟ ਕਰੋ, ਜੇ ਫੈਸਲਾ ਹੋ ਜਾਵੇ। ਜੇ ਨਹੀਂ ਹੁੰਦਾ, ਕ੍ਰਾਈਮ ਸੀਰੀਅਸ ਹੈ, ਤੁਹਾਨੂੰ ਐਜ਼ ਪਰ ਲਾਅ ਬਣਦਾ ਹੀ ਹੈ, ਫਿਰ ਅੱਡ ਚੀਜ਼ ਹੈ, ਪਰ ਪਹਿਲਾਂ ਬੈਸਟ ਐਫਰਟ ਦਿਖਣਾ ਚਾਹੀਦਾ ਫੈਸਲੇ ਵਾਸਤੇ। MLA ਸਾਹਿਬ, ਹੋ ਸਕਦਾ ਜਦੋਂ ਪ੍ਰੋਗਰਾਮ ਟੈਲੀਕਾਸਟ ਹੋਣਾ ਨਾ, ਤੁਹਾਨੂੰ ਆਂਢੀ ਗੁਆਂਢੀ ਇੱਧਰ ਉੱਧਰ ਵਾਲੇ ਸਾਰੇ ਤੁਹਾਡੇ ਵਿਰੋਧੀ ਸਾਰੇ MLA ਨੇ ਪੁੱਛਣਾ ਸਾਨੂੰ ਵੀ ਕੋਈ ਜੁਗਾੜ ਦੱਸੋ ਜੀ, ਅਸੀਂ ਵੀ ਆਪਣੇ ਹਸਪਤਾਲ ਦੇ ਲਾਉਣਾ। ਫਿਰ ਸਲਾਹ ਦੇ ਦਿਓਗੇ ਉਹਨਾਂ ਨੂੰ ਕਿ ਘੁੱਟ ਕੇ ਰੱਖਣਾ ਹੀ ਕੰਮ? ਨਹੀਂ, ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ। ਮੈਂ ਪਹਿਲੀ ਗੱਲ ਤਾਂ ਮੈਂ ਇਹ ਨਹੀਂ ਕਹੂੰਗਾ ਕਿ ਸਾਡਾ ਹਸਪੀਟਲ ਪਰਫੈਕਟ ਹੋ ਗਿਆ, ਇਹ ਸ਼ੁਰੂਆਤ ਹੈ। ਹਾਲੇ ਇਹਦੇ ਬਹੁਤ ਖਾਮੀਆਂ ਹੋਣੀਆਂ, ਥੱਲੇ ਕਮੈਂਟਾਂ ਦੇ ਵਿੱਚ ਵੀ ਆਉਣੀਆਂ। ਤੇ ਮੈਂ ਜਿਹੜੇ ਕਮੈਂਟਾਂ 'ਚ ਜਿਹਨਾਂ ਸਾਨੂੰ ਖਾਮੀਆਂ ਭੇਜਣੀਆਂ ਉਹਦਾ ਵੀ ਧੰਨਵਾਦੀ ਹੈ, ਪਰ ਉਹਨਾਂ ਨੂੰ ਮੈਂ ਨਾਲ ਇਹ ਵੀ ਬੇਨਤੀ ਕਰਦਾ ਵੀ ਤੁਸੀਂ ਖਾਮੀਆਂ ਵੀ ਭੇਜੋ, ਜੋ ਹੋਇਆ ਉਹ ਵੀ ਭੇਜੋ, ਤੇ ਪਲੱਸ ਹੋਰ ਚੰਗਾ ਕਰਨ ਲਈ ਸਾਡਾ ਸਹਿਯੋਗ ਵੀ ਕਰੋ। ਤੇ ਆਪਣੇ ਨੂੰ ਪਰਫੈਕਟ ਕਰਾਂਗੇ। ਤੇ ਮੈਂ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਡਾਕਟਰ ਹੈ, ਜਿਹੜੇ ਚਾਹੇ ਕਿਸੇ ਵੀ ਪ੍ਰਾਈਵੇਟ ਹਸਪੀਟਲ 'ਚ, ਚਾਹੇ ਕਿਸੇ ਵੀ ਮੁਲਕ 'ਚ ਸੇਵਾ ਨਿਭਾ ਰਹੇ ਹੈ, ਉਹਨਾਂ ਨੂੰ ਬੇਨਤੀ ਕਰਦਾ ਵੀ ਜਦ ਵੀ ਤੁਸੀਂ ਆਪਣੇ ਪਿੰਡ ਆਉਂਦੇ ਆ, 1-2 ਦਿਨ ਹਸਪੀਟਲ ਲਈ ਆਪਣੇ ਸਰਕਾਰੀ ਲਈ ਜ਼ਰੂਰ ਦਿਓ, ਚਾਹੇ ਉਹ ਤੁਹਾਡਾ ਪੰਜਾਬ 'ਚ ਕਿਸੇ ਵੀ ਹਲਕੇ ਦੇ ਵਿੱਚ ਹੈ। ਜੇ ਅਸੀਂ ਸੇਵਾ ਭਾਵਨਾ ਨਾਲ ਲੱਗਾਂਗੇ ਸਾਰੇ, ਫਿਰ ਕੋਈ ਵੱਡੀ ਗੱਲ ਨਹੀਂ ਹੈ। ਉਹਦੇ ਨਾਲ ਜਿਹੜਾ ਡਾਕਟਰੀ ਕਿੱਤਾ ਹੈ, ਉਹਦੀ ਸ਼ਾਨ ਵੀ ਹੋਰ ਜ਼ਿਆਦਾ ਵੱਧਦੀ ਹੈ, ਤੇ ਲੋਕਾਂ ਦੇ ਦੁੱਖ ਵੀ ਦੂਰ ਹੁੰਦੇ ਆ ਜੀ। ਸੋ MLA ਵਿਧਾਨ ਸਭਾ ਹਲਕਾ ਰੋਪੜ ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ, ਨੂਰਪੁਰ ਬੇਦੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੈਠੇ ਆ। ਉਹਨਾਂ ਨੇ ਦਾਅਵਾ ਕੀਤਾ ਕਿ ਪਹਿਲਾਂ ਇੱਥੇ ਬਹੁਤ ਕੁਝ ਨਹੀਂ ਸੀ ਹੁੰਦਾ, ਜਿਹੜਾ ਕਿ ਸ਼ੁਰੂ ਕਰਾਤਾ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਹੋਇਆ। ਸਭ ਤੋਂ ਇੰਪੋਰਟੈਂਟ ਗੱਲ ਕਿ 3 ਡਾਕਟਰ ਸਾਹਿਬ ਬਿਨਾਂ ਤਨਖਾਹ ਲਿਆ ਹਫ਼ਤੇ ਦੇ ਨਿਸ਼ਚਿਤ ਦਿਨਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ। ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਮੈਂ ਜ਼ਰੂਰ ਕੈਮਰਾਮੈਨ ਸਾਹਿਬ ਨੂੰ ਬੇਨਤੀ ਕਰਦਾ ਕਿ ਉੱਪਰ ਤੱਕ ਬਿਲਡਿੰਗ ਦਿਖਾ ਦਿਓ ਕਿੱਡੀ ਵੱਡੀ। ਮੈਂ ਉੱਤੋਂ SMO ਸਾਹਿਬ ਨੂੰ ਬਾਜ਼ ਮਾਰਦਾ, ਤੁਸੀਂ ਕੁਰਸੀ ਲੱਗ ਲਿਆ, ਤੁਸੀਂ ਬੈਠੋ ਜੀ, ਤੁਸੀਂ ਬੈਠੋ, ਕਿਉਂਕਿ ਤੁਹਾਡੇ ਤੋਂ ਗਵਾਹੀ ਵੀ ਪਾਉਣੀ ਨਾ ਆਪਾਂ।
ਆਓ ਜੀ ਤੇ ਟੇਢੀ ਜੀ ਕਰ ਲਓ ਜੀ ਐਨੂੰ ਮੇਰੇ ਵੱਲੋਂ। ਇਹ ਸਾਰੀ ਬਿਲਡਿੰਗ ਹੈ ਜੀ ਤੇ ਬਿਲਡਿੰਗ ਦੇ ਵਿੱਚ ਬਹੁਤ ਕੁਝ ਪਹਿਲਾਂ ਜਿਹੜਾ ਉਹ ਰਨਿੰਗ ਦੇ ਵਿੱਚ ਨਹੀਂ ਸੀ। ਡਾਕਟਰ ਸਾਹਿਬ ਤੁਸੀਂ ਸਾਰੀਆਂ ਗੱਲਾਂ MLA ਸਾਹਿਬ ਦੀਆਂ ਸੁਣੀਆਂ, ਤੁਸੀਂ ਪ੍ਰਬੰਧਕ ਹੋ, ਤੁਸੀਂ ਸਾਰਾ ਕੰਮ ਦੇਖਦੇ ਹੋ। ਮੈਂ ਤੁਹਾਡੇ ਤੋਂ ਮੋਹਰ ਲਵਾਉਣੀ ਆ, ਕਾਊਂਟਰ ਸਾਈਨ ਕਰਾਉਣੇ ਆ ਕਿ ਸੱਚੀ ਮੁੱਚੀ ਕੰਮ ਪਹਿਲਾਂ ਨਾਲੋਂ ਦਰੁਸਤ ਚੱਲਣ ਲੱਗ ਪਿਆ? ਜੀ ਆਪਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਹਸਪੀਟਲ ਵਿੱਚ ਮਾਨਯੋਗ MLA ਸਾਹਿਬ ਦਿਨੇਸ਼ ਚੱਡਾ ਜੀ, ਜੋ ਕਿ ਗ੍ਰਾਸ ਰੂਟ ਲੈਵਲ ਤੋਂ ਇਸ ਏਰੀਏ ਨਾਲ ਵਾਕਫ ਨੇ ਅਤੇ MLA ਬਣਨ ਤੋਂ ਪਹਿਲਾਂ ਵੀ ਸਾਨੂੰ ਕਾਫੀ ਗਾਈਡੈਂਸ ਦਿੰਦੇ ਰਹੇ ਆ। ਪਰ ਹੁਣ ਜਦੋਂ ਦੇ MLA ਬਣ ਕੇ ਸਰਕਾਰ 'ਚ ਆਏ ਨੇ ਤਾਂ ਸਾਨੂੰ ਜਿਹੜੀ ਜੋ ਵੀ ਹੈਲਥ ਸਰਵਿਸਿਜ਼ ਹੈ ਉਹਨੂੰ ਅਪਗ੍ਰੇਡ ਕਰਨ ਲਈ ਬਹੁਤ ਵੱਡਾ ਯੋਗਦਾਨ ਇਹਨਾਂ ਵੱਲੋਂ ਦਿੱਤਾ ਗਿਆ ਹੈ। ਜਿੱਥੇ ਸਾਡਾ ਮਤਲਬ OPD ਸਰਵਿਸਿਜ਼, ਐਮਰਜੈਂਸੀ ਸਰਵਿਸਿਜ਼ ਐਂਡ ਅਦਰ ਸਪੈਸ਼ਲਿਸਟ ਸਰਵਿਸਿਜ਼ ਇਹ ਕਾਫੀ ਹੱਦ ਤੱਕ ਸਾਡੀਆਂ ਇੰਪਰੂਵ ਹੋਈਆਂ। OPD ਸਾਡੀ 4-5 ਗੁਣਾ ਜ਼ਿਆਦਾ ਵੱਧ ਗਈ ਹੈ। ਆਮ ਪਬਲਿਕ ਜੋ ਕਿ 140 ਪਿੰਡ ਨੇ ਤਾਂ 1,14,000 ਕੋਈ 650 ਪਾਪੂਲੇਸ਼ਨ ਹੈ, ਰਿਮੋਟ ਏਰੀਆ ਹੈ। ਜਿਹੜੀ ਸਰਵਿਸਿਜ਼ ਹੈਲਥ ਸਰਵਿਸਿਜ਼ ਸੀ ਪ੍ਰਾਈਮਲੀ ਜਿਹੜਾ ਮਿਲਣੀਆਂ ਚਾਹੀਦੀਆਂ ਸੀ ਆਮ ਪਬਲਿਕ ਨੂੰ, ਲੋੜ ਸੀਗੀ ਬਹੁਤ ਜ਼ਿਆਦਾ। ਜਿਸ ਤਰ੍ਹਾਂ ਕਿ ਆਮ ਪਬਲਿਕ ਨੂੰ ਜੋ ਬਜ਼ੁਰਗ ਹੈ, ਕੋਈ ਵੀ ਨੀਡੀ ਹੈ ਤਾਂ ਉਹਨੂੰ ਜਾਣਾ ਪੈਂਦਾ ਸੀ, ਕੋਈ ਚੰਡੀਗੜ੍ਹ ਜਾਣਾ, ਕਦੇ ਕਿਤੇ ਜਾਣਾ। ਉਹ ਸੁਪਰ ਸਪੈਸ਼ਲਿਟੀ ਸਰਵਿਸਿਜ਼ ਵੱਡੇ ਪੱਧਰ 'ਤੇ MLA ਸਾਹਿਬ ਨੇ ਐਫਰਟ ਕਰਕੇ ਇਸ ਹਸਪੀਟਲ ਵਿੱਚ ਅਲੱਗ-ਅਲੱਗ ਦਿਨਾਂ ਵਿੱਚ ਚਾਲੂ ਕੀਤੀਆਂ। ਇਸ ਤੋਂ ਇਲਾਵਾ ਜੋ ਵੀ ਸਪੈਸ਼ਲਿਸਟ ਹੈ, ਹੱਡੀਆਂ ਦੇ ਮਾਹਰ ਹੈ, ਸਰਜੀਕਲ ਸਪੈਸ਼ਲਿਸਟ ਹੈ, ਉਸ ਤੋਂ ਬਾਅਦ ਗਾਇਨੀ ਹੈ, ਮੈਡੀਸਨ ਹੈ, ਅੱਖਾਂ ਦੇ ਮਾਹਰ ਹੈ, ਉਹ ਜਿਹੜੇ ਰੈਗੂਲਰ ਡੇਜ਼ 'ਤੇ ਆ ਰਹੇ ਨੇ, ਸਾਨੂੰ ਉਹਦਾ ਬਹੁਤ ਬੜਾ ਫਾਇਦਾ ਹੋਇਆ ਹੈ। ਤੋ MLA ਸਾਹਿਬ ਦਾ ਬਹੁਤ ਵੱਡਾ ਇਸ ਹਸਪੀਟਲ ਲਈ ਜਿਹੜੀ ਸਰਵਿਸਿਜ਼ ਅਪਗ੍ਰੇਡ ਕਰਨ ਲਈ, ਅਪਲਿਫਟ ਕਰਨ ਲਈ, ਤੋ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਕਿ ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਦੇ ਬਾਰੇ ਮੰਨਿਆ ਜਾਂਦਾ ਕਿ ਜੇ ਕੋਈ ਐਕਸੀਡੈਂਟ ਹੋ ਜਾਵੇ ਬੰਦਾ ਤਾਂ ਆਉਂਦਾ ਹੀ, ਜੇ ਜਿਹਦੇ ਕੋਲ 4 ਛਿੱਲੜ ਜੇਬ 'ਚ ਹੈ ਨਹੀਂ ਤਾਂ ਆਉਂਦਾ ਹੀ ਵੀ ਪ੍ਰਾਈਵੇਟ ਹਸਪਤਾਲ 'ਚ ਨਾ ਜਾ ਸਕੇ। ਆਮ ਬੰਦੇ ਨੂੰ ਇਹ ਲੱਗਦਾ ਕਿ ਮੇਰੀ ਸਰਕਾਰੀ ਹਸਪਤਾਲ 'ਚ ਇਲਾਜ ਨਾਲ ਤਸੱਲੀ ਨਹੀਂ ਹੋਣੀ। ਤੁਸੀਂ ਤਸੱਲੀ ਕਰਕੇ ਤੋਰਦੇ ਹੋ ਬੰਦੇ ਦੀ, ਦੁਬਾਰਾ ਆਉਂਦਾ ਹੀ ਬੰਦਾ? ਜੀ ਡਾਕਟਰ ਦਾ ਪਹਿਲਾਂ ਹੀ ਪ੍ਰਾਈਮ ਡਿਊਟੀ ਇਹੀ ਹੈ ਕਿ ਜਿਹੜਾ ਜੋ ਵੀ ਪੇਸ਼ੈਂਟ ਆਉਂਦਾ ਹੈ ਉਹਨੂੰ ਜਿਹੜਾ ਮੁੱਢਲੀ ਸਿਹਤ ਸੇਵਾ ਜੋ ਵੀ ਸਿਹਤ ਆਪਣੀ ਉਹ ਹੈਲਥ ਰਿਲੇਟਡ ਆਪਣੀ ਲੈਣ ਆਉਂਦਾ ਹੈ ਤੋ ਉਹਨੂੰ ਆਪਾਂ ਸੈਟੀਸਫਾਈ ਕਰਨਾ ਹੈ। ਠੀਕ ਹੈ ਜੀ। ਇਹ ਡਾਕਟਰ ਦਾ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਆਮ ਪਬਲਿਕ ਦੇ ਮਾਈਂਡ 'ਚ ਬੇਸ਼ੱਕ ਡਿਫਰੈਂਟ ਵਿਊ ਹੋ ਸਕਦੇ ਹੈ। ਤੋ ਸਾਡਾ ਜੋ ਵੀ ਡਾਕਟਰਸ ਹੈ ਡੈਡੀਕੇਟਡ ਹੈ, ਰਾਊਂਡ ਦਾ ਕਲੌਕ ਐਮਰਜੈਂਸੀ ਡਿਊਟੀ ਚੱਲਦੀ ਹੈ। ਜੋ ਵੀ ਪੇਸ਼ੈਂਟ ਆਉਂਦਾ ਹੈ ਟਾਈਮਲੀ ਉਹਨੂੰ ਅਟੈਂਡ ਕੀਤਾ ਜਾਂਦਾ ਹੈ, ਟਾਈਮਲੀ ਬਣਦੀ ਉਹਨੂੰ ਜੋ ਵੀ ਗੌਰਮੈਂਟ ਵੱਲੋਂ ਫ੍ਰੀ ਸੁਵਿਧਾ ਹੈਗੀ ਉਹ ਦਿੱਤੀ ਜਾਂਦੀ ਹੈ। ਤੋ ਉਸ ਤੋਂ ਬਾਅਦ ਜੇ ਉਹਨੂੰ ਇੱਥੇ ਰੱਖ ਸਕਦੇ ਠੀਕ ਹੈ, ਨਹੀਂ ਤਾਂ ਅੱਗੇ 108 ਸੁਵਿਧਾ ਹੈ ਉਹਦੇ ਰਾਹੀਂ ਆਪਾਂ ਉਹਨੂੰ ਰੈਫਰ ਕੀਤਾ ਜਾਂਦਾ। ਬਾਕੀ ਸਾਡੇ ਡਿਲੀਵਰੀਜ਼ ਹੋ ਰਹੀਆਂ ਇੱਥੇ, ਕੋਈ ਮਹੀਨੇ ਦੀਆਂ 30 ਦੇ ਕਰੀਬ ਡਿਲੀਵਰੀ ਹੋ ਜਾਂਦੀਆਂ ਐਵਰੇਜ ਪਰ ਮੰਥ। ਉਹ ਸਾਡਾ ਸਟਾਫ ਸਾਰਾ ਡੈਡੀਕੇਟਡ ਹੈ, ਤੋ ਕਦੇ ਇੱਕ ਪੰਜੀ ਨਹੀਂ ਉਹਨਾਂ ਕੋਲੋਂ ਕਦੇ ਵੀ ਲਈ ਜਾਂਦੀ। ਜੋ ਸਰਕਾਰ ਦਾ ਨਿਰਧਾਰਿਤ ਫ੍ਰੀ ਇਲਾਜ ਹੈ ਉਹ ਕੀਤਾ ਜਾਂਦਾ ਹੈ। ਹਾਂਜੀ ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਤੇ ਅਸੀਂ ਹੁਣ ਹਸਪੀਟਲ ਦੇ ਅੰਦਰ ਚੱਲਦੇ ਹਾਂ। ਅਸੀਂ ਉਹਨਾਂ 3 ਡਾਕਟਰ ਸਾਹਿਬਾਨ ਦੇ ਨਾਲ ਖਾਸ ਤੌਰ ਦੇ ਉੱਤੇ ਗੱਲਬਾਤ ਜ਼ਰੂਰ ਕਰਨਾ ਚਾਹਾਂਗੇ ਜਿਹੜੇ ਆਪਣੀਆਂ ਸੇਵਾਵਾਂ ਜਿਹੜੀਆਂ ਬਿਨਾਂ ਮਿਹਨਤਾਂ ਨੇ ਦਿੰਦੇ ਆ। MLA ਸਾਹਿਬ ਚਲੀਏ, ਆਓ ਜੀ। ਲਓ ਜੀ, ਹੁਣ ਅਸੀਂ ਨੂਰਪੁਰ ਬੇਦੀ ਦੇ ਸਰਕਾਰੀ ਹਸਪੀਟਲ ਦੇ ਅੰਦਰ ਹਾਂ। MLA ਸਾਹਿਬ ਨੇ ਦਾਅਵਾ ਕੀਤਾ ਸੀ ਕਿ ਕੁਝ ਐਸੇ ਡਾਕਟਰ ਵੀ ਨੇ ਜਿਹੜੇ ਮਿਹਨਤਾਂ ਨਾਲ ਨਹੀਂ ਲੈਂਦੇ ਪਰ ਮਰੀਜ਼ਾਂ ਦੀ ਸੇਵਾ ਕਰਦੇ ਆ। ਮੈਂ ਇੱਕ ਡਾਕਟਰ ਸਾਹਿਬ ਦੇ ਕੋਲੇ ਬੈਠਾ, ਕੱਲੇ ਛੋਟੇ ਸਵਾਲ ਪੁੱਛੂੰਗਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹੈ ਜੀ ਸੰਜੀਵ ਸਰੋਆ। ਮੈਂ ਬੇਸਿਕਲੀ ਇਸੇ ਪਿੰਡ ਦਾ ਰਹਿਣ ਵਾਲਾ ਹਾਂ। ਠੀਕ ਹੈ ਜੀ। ਔਰ ਜੇ ਮੈਂ ਆਪਣੀ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ ਮੈਂ MBBS ਕੀਤੀ ਹੈ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ। ਉਹ ਤੋਂ ਬਾਅਦ ਮੈਂ MD ਮੈਡੀਸਨ ਕੀਤਾ ਹੈ PGI ਚੰਡੀਗੜ੍ਹ ਤੋਂ ਜੀ। ਉਹ ਤੋਂ ਬਾਅਦ ਫਿਰ ਅੱਗੇ ਮੈਂ ਹਾਰਟ ਸਪੈਸ਼ਲਾਈਜੇਸ਼ਨ DM ਕਾਰਡੀਓਲੋਜੀ ਉਹ ਵੀ PGI ਚੰਡੀਗੜ੍ਹ ਤੋਂ ਕੀਤਾ ਹੈ। ਤੁਸੀਂ ਕਿੰਨੇ ਦਿਨ ਆਉਂਦੇ ਹੋ ਜੀ ਇਸ ਹਸਪਤਾਲ 'ਚ? ਮੈਂ ਇੱਥੇ ਪਹਿਲੇ ਔਰ ਤੀਜੇ ਸੋਮਵਾਰ ਆਉਂਦਾ ਹਰ ਮਹੀਨੇ। ਠੀਕ ਹੈ ਜੀ। 2 ਦਿਨ? 2 ਦਿਨ। ਤੁਸੀਂ ਉਹ 2 ਦਿਨ ਜਿਹੜੇ ਦਿੰਦੇ ਹੋ ਕਿੰਨੇ ਰੁਪਈਏ ਲੈਂਦੇ ਹੋ ਜੀ ਇਹਨਾਂ ਤੋਂ? ਇਹਨਾਂ ਤੋਂ 0 ਰੁਪਏ ਜੀ। ਲਓ ਜੀ, ਮਹੀਨੇ 'ਚ 2 ਦਿਨ ਡਾਕਟਰ ਸਾਹਿਬ ਆਉਂਦੇ ਆ ਤੇ ਰੁਪਈਆ ਕੋਈ ਨਹੀਂ ਲੈਂਦੇ। ਤੇ ਇਹ ਸਰਕਾਰੀ ਹਸਪਤਾਲ ਹੈ। ਇਹ ਉਹ 2 ਦਿਨ ਜੇ ਤੁਸੀਂ ਬਾਹਰ ਲਾਓ ਤਾਂ ਰੁਪਈਏ ਚੰਗੇ ਕਮਾ ਸਕਦੇ ਹੋ। ਮਨ 'ਚ ਕਿੱਦਾਂ ਆ ਗਿਆ? ਦੇਖੋ ਜੀ, ਬੇਸਿਕਲੀ ਇਹ ਕਿ ਇਹ ਮੇਰਾ ਹੀ ਪਿੰਡ ਹੈਗਾ, ਇੱਥੋਂ ਦਾ ਰਹਿਣ ਵਾਲਾ ਹੈਗਾ ਮੈਂ। ਮੇਰੇ ਪੇਰੈਂਟਸ ਅਜੇ ਵੀ ਇੱਥੇ ਹੀ ਰਹਿੰਦੇ ਨੇ, ਇੱਥੇ ਹੀ ਖੇਤੀਬਾੜੀ ਕਰਦੇ ਨੇ।
ਤਾਂ ਫਿਰ ਉਹ ਕਾਫੀ ਦੇਰ ਤੋਂ ਇਨਫੈਕਟ ਕਿ ਮੈਂ ਜਦੋਂ ਦੀ ਆਪਣੀ ਕਾਰਡੀਓਲੋਜੀ ਦਾ ਜਿਹੜਾ ਕੋਰਸ ਖਤਮ ਕੀਤਾ ਸੀ ਉਹ ਤੋਂ ਬਾਅਦ ਹੀ ਮੈਂ ਕੋਈ ਸਾਲ ਇੱਕ ਹੋਰ ਅਲੱਗ ਹਸਪੀਟਲ ਕੰਮ ਕਰ ਰਿਹਾ ਸੀਗਾ, ਪਰ ਉੱਥੇ ਕੋਈ ਟਾਈਮ ਸੂਟੇਬਲ ਨਹੀਂ ਬਹਿ ਰਿਹਾ ਸੀਗਾ। ਹਮੇਸ਼ਾ ਤੋਂ ਕੋਸ਼ਿਸ਼ ਸੀਗੀ ਕਿ ਆਪਣੇ ਇਲਾਕੇ ਵਿੱਚ ਜਾਈਏ, ਤਾਂ ਦੇਖੋ ਪੂਰਾ ਹਫਤਾ ਤਾਂ ਖੈਰ ਐਵੇਂ ਸਰਵਿਸ ਨਹੀਂ ਕੀਤੀ ਜਾ ਸਕਦੀ ਹੈ। ਹਾਂ, ਤਾਂ ਫਿਰ ਇਹੀ ਸੋਚਿਆ ਸੀਗਾ ਕਿ ਵੀ ਕੁਛ ਟਾਈਮ ਐਟਲੀਸਟ ਹਫਤੇ ਵਿੱਚ ਇੱਕ ਵਾਰ ਜਾਂ ਮਹੀਨੇ ਵਿੱਚ ਇੱਕ ਵਾਰ ਜਾਂ 2 ਵਾਰ, ਜਿੱਥੇ ਕਿ ਆਪਾਂ ਮਰੀਜ਼ਾਂ ਨੂੰ ਇੱਕ ਸਹੀ ਗਾਈਡੈਂਸ, ਇੱਕ ਸਹੀ ਸਲਾਹ ਦੇ ਸਕੀਏ, ਜਿਹਦੇ ਨਾਲ ਕਿ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਡੀ ਜਿਹੜੀ ਐਜੂਕੇਸ਼ਨ ਹੈ, ਸਾਡੀ ਜਿਹੜੀ ਪੜ੍ਹਾਈ ਹੈਗੀ ਹੈ, ਉਹ ਤੋਂ ਲੋਕਾਂ ਨੂੰ ਕੁਛ ਨਾ ਕੁਛ ਫਾਇਦਾ ਹੋ ਸਕੇ। ਤਾਂ ਇਹਦੇ ਲਈ ਹੀ ਮੈਂ ਆਪਣੇ MLA ਸਾਹਿਬ ਸ਼੍ਰੀ ਦਿਨੇਸ਼ ਚੱਡਾ ਜੀ ਦਾ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹਨੇ ਮੈਨੂੰ ਅਪਰੋਚ ਕੀਤਾ, ਔਰ ਇਹ ਸਾਰੇ ਜਿਹੜਾ ਅਸੀਂ ਇੱਕ ਕਹਿ ਲਓ ਸੋਸ਼ਲ ਸਰਵਿਸ ਕਰ ਰਹੇ ਹੈਗੇ ਹਾਂ, ਇਹਦੇ ਲਈ ਇਹਨੇ ਬਹੁਤ ਐਫਰਟ ਕੀਤਾ ਹੈ। ਉਸ ਐਫਰਟ ਤੋਂ ਬਾਅਦ ਹੀ ਇਹ ਪ੍ਰੋਗਰਾਮ ਜਿਹੜਾ ਹੈ ਸੋਸ਼ਲ ਸਰਵਿਸ ਦਾ, ਇਹ ਇੱਥੇ ਚੱਲ ਪਾਇਆ ਹੈ। ਡਾਕਟਰ ਸਾਹਿਬ, ਜੇ ਮੈਂ ਪਿੰਡ ਵਾਲੀ ਭਾਸ਼ਾ 'ਚ ਪੁੱਛਣਾ ਵੀ ਕਾਹਦੇ ਡਾਕਟਰ ਆ ਤੁਸੀਂ? ਮੈਂ ਦਿਲ ਦਾ ਡਾਕਟਰ ਹਾਂ ਜੀ। ਲਓ ਜੀ, ਦਿਲ ਦੇ ਡਾਕਟਰ ਨੇ ਤਾਂ ਕੰਮ ਵੀ ਦਿਲੋਂ ਕਰਦੇ ਆ ਮਹੀਨੇ 'ਚ 2 ਦਿਨ। ਅੱਛਾ, ਮੈਂ ਇੱਕੋ ਮਿੰਟ, ਤੁਸੀਂ ਬੈਠੇ ਹੋ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਹਾਂਜੀ ਠੀਕ ਹੈ। ਕੀ ਨਾਮ ਜੀ ਤੁਹਾਡਾ? ਸਰਜੀਤ ਕੌਰ। ਕੀ ਸਮੱਸਿਆ ਆ ਗਈ? ਕੁਛ ਨਹੀਂ ਜੀ, ਹਾਰਟ ਦੀ ਪ੍ਰੋਬਲਮ। ਹਾਰਟ ਦੀ ਪ੍ਰੋਬਲਮ? ਹਾਂਜੀ। ਡਾਕਟਰ ਸਾਹਿਬ ਸਹੀ ਦੇਖਦੇ ਆ? ਹਾਂਜੀ, ਅੱਜ ਪਹਿਲੀ ਵਾਰ ਆਏ ਜੀ ਅਸੀਂ। ਪਹਿਲੀ ਵਾਰ ਆਏ ਹੋ? ਹਾਂਜੀ, ਪਤਾ ਲੱਗਾ ਸੀ ਕਿ ਡਾਕਟਰ ਸਾਹਿਬ ਇੱਥੇ ਨੇ? ਹਾਂਜੀ। ਠੀਕ ਹੈ ਜੀ, ਬਹੁਤ ਵਧੀਆ ਜੀ। ਤੇ ਕਿੰਨੀ ਦੂਰ ਆ ਤੁਹਾਡਾ ਪਿੰਡ? ਬੜਬਾ ਜੀ। ਕਿੰਨੀ ਦੂਰ ਪੈਂਦਾ ਇੱਥੋਂ? 3 ਕਿਲੋਮੀਟਰ। ਹਾਂਜੀ। ਠੀਕ ਹੈ ਜੀ। ਨਾਲ ਆਏ ਹੋ ਜੀ ਤੁਸੀਂ? ਹਾਂਜੀ। ਕਾਹਤੇ ਆਏ ਹੋ? ਸਕੂਟਰ ਤੇ ਆਏ ਹੋ, ਠੀਕ ਹੈ ਜੀ। ਤੇ ਜੇ ਇਹ ਡਾਕਟਰ ਸਾਹਿਬ ਹਸਪੀਟਲ 'ਚ ਨਾ ਆਉਂਦੇ ਫਿਰ ਕਿੱਥੇ ਲੈ ਕੇ ਜਾਣਾ ਸੀ? ਇਹ ਤਾਂ ਕਿਤੇ ਬਾਹਰ ਜਾਣਾ ਪੈਂਦਾ ਜੀ। ਫਿਰ ਰੁਪਈਏ ਚੋਖੇ ਲੱਗਣੇ ਸੀ। ਇੱਥੇ ਪਰਚੀ ਕਿੰਨੀ ਲੱਗੀ ਹੁਣ? ਪਰਚੀ 10 ਰੁਪਏ ਜੀ। 10 ਰੁਪਏ ਜਿਹੜੀ ਸਰਕਾਰੀ ਫੀਸ ਲੱਗਦੀ। ਹਾਂਜੀ। ਚਲੋ ਠੀਕ ਹੈ ਜੀ, ਸ਼ੁਕਰੀਆ ਜੀ। MLA ਸਾਹਿਬ, ਮੈਂ ਤੁਹਾਡੇ ਵੱਲ ਹੁਣ ਆਉਣਾ ਕਿ ਡਾਕਟਰ ਸਾਹਿਬ ਇੱਥੇ ਆ ਗਏ ਜੀ, ਪਿੰਡਾਂ ਦੇ ਲੋਕਾਂ ਨੂੰ ਕਿੱਦਾਂ ਪਤਾ ਲੱਗੇ ਕਿ ਭਾਈ ਮਹੀਨੇ ਦੇ 2 ਦਿਨ ਕੋਈ ਵਿਸ਼ੇਸ਼ ਸੇਵਾ ਦੇਣ ਦੇ ਲਈ ਕੋਈ ਡਾਕਟਰ ਸਾਹਿਬ ਸਰਕਾਰੀ ਹਸਪਤਾਲ 'ਚ ਆਉਂਦੇ ਆ? ਮਾੜਾ ਮੋਟਾ ਲੋਕਾਂ ਨੂੰ ਦੱਸਿਆ ਕਿ ਬੁੱਕਲ 'ਚ ਹੀ ਗੁੜ ਭੋਰ ਕੇ ਖਾਈ ਜਾਂਦੇ ਹੋ? ਨਹੀਂ ਜੀ, ਉਹਦੇ 'ਚ ਇਹ ਜਾਣਕਾਰੀ ਲੋਕਾਂ ਤੱਕ ਇਹਨਾਂ ਦੇ ਦਿਨ ਤੇ ਇਹਨਾਂ ਦੀ ਟਾਈਮਿੰਗ ਜੀ ਪੁੱਜਦੀ ਕਰਨ ਲਈ ਪਹਿਲਾਂ ਤਾਂ ਸਾਡੇ ਵਾਸਤੇ ਬਹੁਤ ਵੱਡਾ ਇਵੈਂਟ ਸੀਗਾ। ਸਾਡੀ ਸਾਰੀ ਟੀਮ ਨੇ ਡਾਕਟਰ ਸਾਹਿਬ ਨੂੰ ਆਇਆਂ ਦਾ ਸਵਾਗਤ ਵੀ ਕੀਤਾ, ਉਹਨਾਂ ਨੂੰ ਕੁਰਸੀ 'ਤੇ ਬਿਠਾ ਕੇ ਵੀ ਗਏ। ਅਤੇ ਉਸ ਤੋਂ ਬਾਅਦ ਇਹ ਮੀਡੀਆ ਦੇ ਰਾਹੀਂ ਅਤੇ ਸੋਸ਼ਲ ਮੀਡੀਆ ਰਾਹੀਂ ਇਹਨਾਂ ਦੀ ਟਾਈਮਿੰਗ, ਇਹਨਾਂ ਦੇ ਦਿਨ ਅਸੀਂ ਲੋਕਾਂ ਤੱਕ ਪਹੁੰਚਾਏ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹ ਵੀ ਸਾਡੇ ਲਈ ਇੱਕ ਜਿਹੜਾ ਕਾਨੂੰਨੀ ਅੜਚਨ ਸੀਗੀ। ਅੱਛਾ ਜੀ। ਵੀ ਕੋਈ ਪ੍ਰਾਈਵੇਟ ਜਿਹੜੇ ਡਾਕਟਰ ਉਹ ਇੱਥੇ ਬੈਠ ਸਕਦੇ ਕਿ ਨਹੀਂ ਬੈਠ ਸਕਦੇ, ਇਹਦੀ ਅਪਰੂਵਲ ਫਿਰ ਬਕਾਇਦਾ ਮੇਰੀ ਲੈਟਰ ਹੈਡ 'ਤੇ ਉਹ ਥਰੂ CMO ਸੈਕਟਰੀ ਹੈਲਥ ਪੰਜਾਬ ਤੱਕ ਜਾ ਕੇ ਇਹਦੀ ਅਪਰੂਵਲ ਲਈ ਹੈ, ਇਹਨੂੰ ਉੱਥੇ ਬਿਠਾਉਣ ਲਈ। ਪ੍ਰੋਪਰ ਚੈਨਲ? ਬਿਲਕੁਲ ਜੀ, ਨਹੀਂ ਤਾਂ ਕੱਲ੍ਹ ਨੂੰ ਕੋਈ ਬੰਦਾ 4 ਅੱਖਰ ਲਿਖ ਕੇ ਨਾ ਭੇਜ ਦੇਵੇ ਕਿਤੇ। ਬਿਲਕੁਲ ਜੀ। ਇਹਨਾਂ ਦੀ ਪਹਿਲਾਂ ਅਸੀਂ ਇਹਨਾਂ ਨੂੰ ਆਪ ਰਿਕੁਐਸਟ ਕੀਤੀ ਡਾਕਟਰ ਸਾਹਿਬ ਨੂੰ, ਇਹਨਾਂ ਦੇ ਕੋਲੋਂ ਇੱਕ ਐਪਲੀਕੇਸ਼ਨ ਆਪਾਂ ਲਿਖਵਾ ਕੇ ਉਹਦੀ ਜਿਹੜੀ ਥਰੂ ਪ੍ਰੋਪਰ ਚੈਨਲ ਸੈਕਟਰੀ ਹੈਲਥ ਤੱਕ ਅਪਰੂਵਲ ਲੈ ਕੇ ਔਨ ਰਿਕਾਰਡ ਤਾਂ ਇੱਥੇ ਬੈਠੇ ਨੇ ਜੀ। ਠੀਕ ਹੈ ਜੀ। ਡਾਕਟਰ ਸਾਹਿਬ, ਇੱਕ ਵਾਰੀ ਫਿਰ ਤੁਹਾਡਾ ਧੰਨਵਾਦ, ਤੇ ਦੱਸਿਓ ਕਿਹੜੇ ਦਿਨ ਕਿੰਨੇ ਤੋਂ ਕਿੰਨੇ ਆਉਂਦੇ ਹੋ, ਤਾਂ ਜੋ ਅਸੀਂ ਨੂਰ ਵੇਦੀ ਦੇ ਹੋਰ ਲੋਕਾਂ ਨੂੰ ਵੀ ਲੈ ਕੇ ਆਉਣਾ। ਮੈਂ ਹਰ ਮਹੀਨੇ ਪਹਿਲੇ ਔਰ ਤੀਜੇ ਸੋਮਵਾਰ ਆਉਂਦਾ ਹੈ ਜੀ, ਔਰ ਸਵੇਰੇ ਲਗਭਗ 10 ਵਜੇ ਤੋਂ ਲੈ ਕੇ 2 ਵਜੇ ਤੱਕ, 3 ਵਜੇ, ਜਦੋਂ ਤੱਕ ਵੀ ਮਰੀਜ਼ ਹੋਣ ਉਦੋਂ ਤੱਕ ਮੈਂ ਇੱਥੇ ਬਹਿੰਦਾ ਹੈਗਾ ਜੀ। ਪਹਿਲੇ ਔਰ ਤੀਜੇ ਸੋਮਵਾਰ ਹਰ ਮਹੀਨੇ। ਲਓ ਜੀ, ਪਹਿਲੇ ਤੇ ਤੀਸਰੇ ਸੋਮਵਾਰ ਕੈਲੰਡਰ ਚੱਕ ਲੈਣਾ ਹੈ। ਪਹਿਲਾ ਸੋਮਵਾਰ, ਤੀਸਰਾ ਸੋਮਵਾਰ, ਦਿਲ ਦੀ ਕੋਈ ਵੀ ਸਮੱਸਿਆ ਡਾਕਟਰ ਸਾਹਿਬ ਦੇ ਕੋਲ ਆ ਜਾਣਾ। ਇੱਥੋਂ ਦੇ ਡਾਕਟਰ ਸਾਹਿਬ ਨੇ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਦੇਖਣਗੇ, ਰੁਪਈਆ ਫਾਲਤੂ ਕੋਈ ਨਹੀਂ ਲੈਣਗੇ। ਸਰਕਾਰੀ ਫੀਸ ਜਿਹੜੀ ਉਹ ਪਰਚੀ ਦੀ ਲੱਗੂ। ਟੀਮ ਸਾਡੀ ਸਾਰੀ ਇਕੱਠੀ ਹੋ ਗਈ ਜੀ। ਮੈਂ MLA ਹਾਂ ਜੀ, ਇਹ ਮੇਰੇ 1 ਸਾਲ ਸੀਨੀਅਰ ਹੈ ਕਾਲਜ ਦੇ ਜੀ, ਤੇ ਇਹ ਹੁਣ ਇੱਥੇ ਸੇਵਾਵਾਂ ਦੇ ਰਹੇ ਜੀ। ਕੀ ਬਾਤ ਹੈ, ਕੀ ਬਾਤ ਹੈ। ਲਓ ਜੀ, ਅਸੀਂ ਹੁਣ ਸਰਕਾਰੀ ਹਸਪੀਟਲ ਦੇ ਇੱਕ ਡਾਕਟਰ ਸਾਹਿਬ ਦੇ ਕਮਰੇ ਤੋਂ ਦੂਸਰੇ ਡਾਕਟਰ ਸਾਹਿਬ ਦੇ ਕਮਰੇ 'ਚ ਆਏ ਹਾਂ, ਤੇ ਹੁਣ ਮੇਰੇ ਗੁਆਂਢ ਦੇ ਵਿੱਚ ਨਾਲ ਦੀ ਕੁਰਸੀ ਦੇ ਉੱਤੇ ਜਿਹੜੇ ਸੱਜਣ ਬੈਠੇ ਨੇ, ਸਤਿਕਾਰਯੋਗ ਬੈਠੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿ ਨੰਬਰ 10 ਦੇ ਵਿੱਚੋਂ ਕਿੰਨੇ ਆਉਂਦੇ ਆ। ਡਾਕਟਰ ਸਾਹਿਬ, ਕੀ ਹਾਲ ਚਾਲ ਨੇ? ਵਧੀਆ ਜੀ, ਵਧੀਆ। ਆਪਣਾ ਸ਼ੁਭ ਨਾਮ ਦੱਸੋ। ਮੇਰਾ ਨਾਮ ਹੈ ਡਾਕਟਰ ਨਿਤਿਸ਼ ਅਰੋੜਾ। ਮੈਂ MBBS MS ਜਨਰਲ ਸਰਜਰੀ MCH ਨਿਊਰੋ ਸਰਜਨ ਹੈਗਾ ਹਾਂ। ਮੈਂ ਮੈਕਸ ਮੋਹਾਲੀ 'ਚ ਕੰਸਲਟੈਂਟ ਕੰਮ ਕਰ ਰਿਹਾ ਹੈਗਾ ਹਾਂ। ਇੱਥੇ ਕਿਹੜੇ ਦਿਨ ਆਉਂਦੇ ਹੋ? ਇੱਥੇ 1st and 3rd ਮੰਡੇ ਅਸੀਂ ਆਉਂਦੇ ਹੈਗੇ ਹਾਂ। ਓਕੇ ਜੀ। ਪਹਿਲੇ ਤੇ ਤੀਸਰੇ ਸੋਮਵਾਰ ਹਰ ਮਹੀਨੇ ਦੇ ਕੈਲੰਡਰ ਦੇ ਵਿੱਚੋਂ ਤੁਸੀਂ ਇਹ ਵੀ ਨੋਟ ਕਰ ਲਓ। ਮੈਂ ਜੇ ਪਿੰਡ ਵਾਲੀ ਭਾਸ਼ਾ ਦੇ ਵਿੱਚ ਪੁੱਛਣਾ ਹੋਵੇ ਤਾਂ ਡਾਕਟਰ ਸਾਹਿਬ ਕਾਹਦਾ ਇਲਾਜ ਕਰਦੇ ਹੋ? ਬੇਸਿਕਲੀ ਬ੍ਰੇਨ ਐਂਡ ਸਪਾਈਨ ਸਰਜਨ ਹੈਗੇ ਆ, ਜਿਹਦੇ ਵਿੱਚ ਹੈਡ ਇੰਜਰੀ, ਬ੍ਰੇਨ ਟਿਊਮਰ, ਸਰਵਾਈਕਲ ਦੀ ਪ੍ਰੋਬਲਮ, ਡਿਸਕ ਦੀ ਪ੍ਰੋਬਲਮ, ਅਤੇ ਰੀੜ੍ਹ ਦੀ ਹੱਡੀ ਦੇ ਟਿਊਮਰਸ, ਮਾਈਗ੍ਰੇਨ ਦੀ ਪ੍ਰੋਬਲਮ, ਸਟ੍ਰੋਕ ਦੇ ਪੇਸ਼ੈਂਟਸ, ਇਹਨਾਂ ਸਾਰਿਆਂ ਨੂੰ ਦੇਖਦੇ ਹੈਗੇ ਆ। ਜਿਹੜਾ ਤੁਸੀਂ 2 ਸ਼ਬਦ ਵਰਤੇ ਆ ਨਾ, ਛੋਟੀ ਸਰਵਾਈਕਲ ਤੇ ਇੱਕ ਕੁਝ ਹੋਰ ਕਿਹਾ ਸੀ ਤੁਸੀਂ,
ਡਿਸਕ ਦੀ ਪ੍ਰੋਬਲਮ ਇਹ ਤਾਂ ਸਾਰੇ ਪੰਜਾਬ ਨੂੰ ਹੀ ਆ ਹੁਣ ਤਕਰੀਬਨ। ਬਿਲਕੁਲ ਬਿਲਕੁਲ ਐਕਚੁਅਲੀ ਤੁਹਾਡਾ ਸਾਡਾ ਜਿਹੜਾ ਰਹਿਣ ਸਹਿਣ ਹੈਗਾ ਆ ਉਹ ਥੋੜ੍ਹਾ ਉਸ ਤਰੀਕੇ ਦਾ ਹੈਗਾ ਆ। ਪਿੰਡਾਂ ਦੇ ਵਿੱਚ ਵੀ ਲੋਕ ਜਿਵੇਂ ਲੇਬਰ ਜ਼ਿਆਦਾ ਹੈਗੀ ਹੈ, ਸਿਰ ਦੇ ਉੱਤੇ ਵਜਨ ਚੱਕਣਾ ਅਤੇ ਝੁੱਕ ਕੇ ਕੰਮ ਕਰਨਾ, ਝੁੱਕ ਕੇ ਵਜਨ ਚੱਕਣਾ, ਅਤੇ ਕੁਝ ਡਾਇਟਰੀ ਡੈਫੀਸ਼ੀਐਂਸੀਜ਼ ਰਹਿੰਦੀਆਂ ਹੀ ਹੈਗੀਆਂ ਬਿਕੋਜ਼ ਮੈਜੋਰਿਟੀ ਜਿਹੜੇ ਹੈਗੇ ਹੈ ਰੂਰਲ ਏਰੀਆ 'ਚ ਵੈਜੀਟੇਰੀਅਨਸ ਹੈਗੇ ਹੈ, ਵਿਟਾਮਿਨ B12 ਦੀ ਡੈਫੀਸ਼ੀਐਂਸੀ ਰਹਿੰਦੀ ਹੈ। ਇਹਦੇ ਕਰਕੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਆ ਉਹ ਕਾਫੀ ਪ੍ਰੈਵਲੈਂਟ ਹੈਗੀਆਂ ਆਪਣੇ ਏਰੀਆਜ਼ 'ਚ। ਬਟ ਲੋਕਾਂ ਨੂੰ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈਗੀ ਹੈ ਬਿਕੋਜ਼ ਇੱਕ ਤਾਂ ਸਪਾਈਨ ਸਰਜਰੀ ਤੋਂ ਕਾਫੀ ਜ਼ਿਆਦਾ ਲੋਕ ਡਰਦੇ ਹੈਗੇ ਹੈ ਕਿ ਪ੍ਰੋਬਲਮ ਵੱਧ ਜਾਏਗੀ ਐਂਡ ਬਟ ਇੱਦਾਂ ਹੈਗਾ ਆ ਕਿ ਜੇ ਪ੍ਰੋਬਲਮ ਨੂੰ ਆਪਾਂ ਛੇਤੀ ਟੈਕਲ ਕਰ ਲਈਏ ਤਾਂ ਉਸ ਲੈਵਲ ਤੱਕ ਪਹੁੰਚਦਾ ਹੀ ਨਹੀਂ ਹੈਗਾ। ਹਾਂਜੀ। ਅੱਛਾ ਡਾਕਟਰ ਸਾਹਿਬ ਮੈਨੂੰ ਇੱਕ ਚੀਜ਼ ਦੱਸਿਓ ਕਿ ਆ ਜਿਹੜੇ ਮਹੀਨੇ ਦੇ 2 ਦਿਨ ਆਉਨੇ ਹੋ, ਹੌਲੀ ਜਾਣੀ ਦੱਸਿਓ, MLA ਸਾਹਿਬ ਕਿਹੜਾ ਸੁਣਦੇ ਭਾਵੇਂ ਮੂਹਰੇ ਬੈਠੇ ਆ, ਕਿੰਨੇ ਪੈਸੇ ਲੈਂਦੇ ਹੋ? ਕੁਛ ਨਹੀਂ ਪੈਸੇ ਲੈਂਦੇ ਜੀ, ਬਿਲਕੁਲ ਵੋਲੰਟਰੀ ਸਰਵਿਸ ਹੈਗੀ। ਆਪਣੇ ਏਰੀਏ ਨੂੰ ਆਪਾਂ ਇੰਨਾ ਤਾਂ ਸਾਡਾ ਦੇਣਾ ਫਰਜ਼ ਬਣਦਾ ਹੈਗਾ ਆ ਕਿ। ਕਿੰਨੀ ਦੂਰ ਹੈ ਤੁਹਾਡਾ ਪਿੰਡ? ਮੇਰਾ ਪਿੰਡ ਨੂਰਪੁਰ ਬੇਦੀ ਹੈਗਾ ਹੈ ਜੀ। ਹਾਂਜੀ ਹਾਂਜੀ। ਤਾਂ ਵੈਸੇ ਡਾਈਜੈਸਟ ਨਹੀਂ ਹੁੰਦੀਆਂ ਕਈ ਚੀਜ਼ਾਂ। ਆਮ ਤੌਰ 'ਤੇ ਤਾਂ ਹੁੰਦਾ ਜੀ ਡਾਕਟਰ ਪੈਸੇ ਬਹੁਤ ਲੈਂਦੇ ਆ, ਡਾਕਟਰ ਤਾਂ ਜਾਣੀ ਵੀ ਇੱਕ ਗੋਲੀ ਵੀ ਫ੍ਰੀ ਨਹੀਂ ਦਿੰਦੇ, ਤੁਸੀਂ 2 ਦਿਨ ਦੇਈ ਜਾਂਦੇ ਹੋ। ਮਨ 'ਚ ਕਿੱਦਾਂ ਆ ਗਿਆ ਜਾਣੀ? ਦੇਖੋ ਇੱਦਾਂ ਸੀਗਾ ਕਿ ਪਹਿਲਾਂ ਤੋਂ ਹੀ ਮਨ ਸੀਗਾ। ਮੇਰੇ ਫਾਦਰ ਟੀਚਰ ਹੈਗੇ ਹੈ ਅਤੇ ਉਹ ਵੀ ਮੈਨੂੰ ਮੋਟੀਵੇਟ ਕਰਦੇ ਰਹਿੰਦੇ ਸੀਗੇ ਜਦ ਮੈਂ MBBS 'ਚ ਐਡਮਿਸ਼ਨ ਲਿਆ ਸੀਗਾ। ਉਸ ਤੋਂ ਬਾਅਦ ਸਾਡੇ MLA ਸਾਹਿਬ ਇਹਨਾਂ ਨੇ ਮੋਟੀਵੇਟ ਕੀਤਾ ਸਾਨੂੰ, ਕਿਹਾ ਕਿ ਜ਼ਰੂਰੀ ਹੈਗਾ ਹੈ ਆਪਣੇ ਏਰੀਆ ਦੇ ਲੋਕਾਂ ਨੂੰ ਅਪਲਿਫਟ ਕਰੀਏ, ਉਹਨਾਂ ਨੂੰ ਦੇਖੀਏ। ਟਿਕਣ ਦਿੰਦੇ ਆ। ਹਾਂਜੀ ਬਿਲਕੁਲ ਜੀ, ਬਿਲਕੁਲ ਕਹਿ ਸਕਦੇ ਹੋ, ਇੱਕ ਭਾਸ਼ਾ 'ਚ ਇੱਦਾਂ ਕਹਿ ਸਕਦੇ ਹੋ। ਬਿਲਕੁਲ ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ। ਅਤੇ ਪਹਿਲੇ ਅਤੇ ਤੀਸਰੇ ਸੋਮਵਾਰ ਮਾਈਗ੍ਰੇਨ ਬਹੁਤ ਸਾਰੀਆਂ ਬੀਬੀਆਂ ਨੇ ਨਾ ਸਿਰ 'ਤੇ ਇੱਦਾਂ ਚੁੰਨੀ ਬੰਨੀ ਹੁੰਦੀ ਮੱਥੇ 'ਤੇ। ਹਾਂਜੀ ਇੱਧਰ ਵੀ ਚੱਲ ਆਉਣ ਲੱਗਿਆ ਜੀ, ਮੈਂ ਮੱਥੇ 'ਤੇ ਚੁੰਨੀ ਬੰਨੀ ਹੁੰਦੀ ਆ ਜੀ, ਅਤੇ ਮੇਰਾ ਸਿਰ ਦੁਖਦਾ, ਅੱਧਾ ਦੁਖਦਾ, ਪੌਣਾ ਦੁਖਦਾ। ਜੇ ਮੈਂ ਪਿੰਡ ਵਾਲੀ ਭਾਸ਼ਾ 'ਚ ਗੱਲ ਕਰਾਂ ਸ਼ਾਇਦ ਇੱਧਰ ਇਹ ਮਾਈਗ੍ਰੇਨ ਵੀ ਹੋ ਸਕਦੀ ਹੈ। ਹਾਂਜੀ ਕੋਈ ਡਿਸਕ ਡੁਸਕ ਦੀ ਪ੍ਰੋਬਲਮ ਹੋਵੇ ਤਾਂ ਬਾਕੀ ਇਹਨਾਂ ਨੇ ਜਿਹੜਾ ਇੱਕ ਟਿਊਮਰ ਸ਼ਬਦ ਵਰਤਿਆ, ਮੈਂ ਉੱਧਰਲੇ ਪਾਸੇ ਬਹੁਤਾ ਨਹੀਂ ਜਾਂਦਾ ਉਹ ਕਿਉਂਕਿ ਉਹ ਕੰਮ ਵੱਡਾ ਜਿਹਾ ਹੋ ਜਾਂਦਾ। ਅਤੇ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਦੱਸੀਆਂ। ਭਾਈ ਪਹਿਲੇ ਅਤੇ ਤੀਸਰੇ ਸੋਮਵਾਰ ਨੂਰਪੁਰ ਬੇਦੀ ਦੇ ਹਸਪਤਾਲ ਆ ਜਾਓ, ਸਾਈਕਲ 'ਤੇ ਆ ਜਾਓ, ਸਕੂਟਰ 'ਤੇ ਆ ਜਾਓ, ਬੱਸ 'ਤੇ ਆ ਜਾਓ, ਸਵੇਰੇ 10 ਵਜੇ ਨਾਲ ਆ ਜਾਇਓ ਤਾਂ ਜੋ ਇਹ ਵੀ ਵੇਲੇ ਸਿਰ ਵਿਹਲੇ ਹੋ ਜਾਣ। ਸਰਕਾਰੀ ਹਸਪਤਾਲ ਦੀ ਪਰਚੀ ਲੱਗੂਗੀ, ਡਾਕਟਰ ਸਾਹਿਬ ਸੇਵਾਵਾਂ ਮੁਫਤ ਦਿੰਦੇ ਆ। ਬਹੁਤ ਧੰਨਵਾਦ ਜੀ, ਸ਼ੁਕਰੀਆ। ਅਤੇ ਮੈਂ ਹੁਣ ਉਹਨਾਂ ਨਾਲ ਗੱਲ ਕਰਨੀ ਆ ਜਿਹਨਾਂ ਤੋਂ ਸ਼ਾਇਦ ਤੁਸੀਂ ਵੀ ਡਰਦੇ ਹੋਗੇ। ਠੀਕ ਹੈ ਜੀ। ਇਹ ਕੌਣ ਨੇ ਜੀ? ਮੇਰੇ ਹਸਬੈਂਡ ਨੇ। ਹਸਬੈਂਡ ਡਾਕਟਰ ਵੀ ਨੇ ਤੇ ਹਸਬੈਂਡ ਵੀ ਨੇ। ਠੀਕ ਹੈ ਜੀ। ਤੁਸੀਂ ਕਿੱਥੋਂ ਪੜ੍ਹਾਈ ਕੀਤੀ ਹੈ, ਕਾਹਦੀ ਪੜ੍ਹਾਈ ਕੀਤੀ ਹੈ ਜੀ? ਮੈਂ ਪਲਾਸਟਿਕ ਸਰਜਨ ਹਾਂ। ਆਫਟਰ ਮੇਰੀ ਜਨਰਲ ਸਰਜਰੀ ਦੇ ਵਿੱਚ ਮੈਂ ਪਟਿਆਲਾ ਤੋਂ ਕੀਤੀ ਆਪਣੀ ਜਨਰਲ ਸਰਜਰੀ, ਅਤੇ ਜਿਹੜੀ ਪਲਾਸਟਿਕ ਸਰਜਰੀ ਦੀ ਡਿਗਰੀ ਹੈ ਮੈਂ ਦਿੱਲੀ ਤੋਂ ਕੀਤੀ ਹੈ, RML ਹਸਪੀਟਲ ਤੋਂ। ਤੁਸੀਂ ਵੀ ਹਰ ਪਹਿਲੇ ਅਤੇ ਤੀਸਰੇ ਸੋਮਵਾਰ ਇਹਨਾਂ ਦੇ ਨਾਲ ਆਉਂਦੇ? ਹਾਂਜੀ ਹਾਂਜੀ। ਤੁਸੀਂ ਤਾਂ ਪੈਸੇ ਲੈਂਦੇ ਹੋਣੇ ਆ? ਨਹੀਂ ਜੀ ਨਹੀਂ। ਲਓ ਜੀ, ਇਹ ਡਾਕਟਰ ਜੋੜਾ ਅਤੇ ਇਹ ਪਹਿਲੇ ਅਤੇ ਤੀਸਰੇ ਸੋਮਵਾਰ ਬਿਲਕੁਲ ਮੁਫਤ ਸੇਵਾਵਾਂ ਜਿਹੜੀਆਂ ਉਹ ਦਿੰਦੇ ਨੇ। ਅਤੇ ਹੁਣ ਕਿਹੜੇ ਹਿਸਾਬ ਕਿਤਾਬ ਦੇ ਨਾਲ ਧੰਨਵਾਦ ਕਰੀਏ, ਪਰ ਅਸੀਂ ਜਿਵੇਂ MLA ਐਡਵੋਕੇਟ ਦਿਨੇਸ਼ ਚੱਡਾ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਭਾਈ ਜੇ ਤੁਹਾਡੇ ਕੋਲ ਕੁਸ਼ਲਤਾ, ਨਿਪੁੰਨਤਾ, ਕੋਈ ਹੁਨਰ ਹੈਗਾ ਖਾਸ ਤੌਰ 'ਤੇ ਡਾਕਟਰੀ ਦਾ, ਤੁਸੀਂ ਵਿਦੇਸ਼ 'ਚੋਂ ਆਉਂਦੇ ਹੋ, ਤੁਸੀਂ ਕਿਤੋਂ ਵੀ ਆਉਂਦੇ ਹੋ, ਮਹੀਨੇ 'ਚ 1 ਦਿਨ, 2 ਦਿਨ, 2 ਮਹੀਨਿਆਂ 'ਚ 1 ਦਿਨ, ਸਾਲ 'ਚ 1 ਹਫ਼ਤਾ, ਜਿੰਨਾ ਵੀ ਸਮਾਂ ਲਾ ਸਕਦੇ ਹੋ ਲਾਓ ਜ਼ਰੂਰ, ਕਿਉਂਕਿ ਸਮਾਜ ਨੂੰ ਲੋੜ ਹੈ। ਮੈਡਮ ਤੁਹਾਡਾ ਜੇ ਮੈਂ ਆਪਣੇ ਪਿੰਡ ਵਾਲੀ ਭਾਸ਼ਾ 'ਚ ਸਮਝਣਾ ਹੋਵੇ, ਤੁਹਾਡਾ ਕਾਹਦਾ ਇਲਾਜ ਕੀ ਹੁੰਦਾ ਹੈ ਜਾਣੀ ਹਿਸਾਬ ਕਿਤਾਬ 'ਚ? ਹਾਂਜੀ, ਪਲਾਸਟਿਕ ਸਰਜਰੀ ਦੇ ਵਿੱਚ ਮੈਂ ਆਪਣੀ ਪੜ੍ਹਾਈ ਦੇ ਵਿੱਚ ਜਿਹੜੇ ਜਲੇ ਹੋਏ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਨੂੰ ਡਿਫੋਰਮਿਟੀਜ਼ ਹੋ ਜਾਂਦੀ ਹੈ, ਹੱਥ ਦੀ ਡਿਫੋਰਮਿਟੀ, ਫੇਸ ਦੀ ਡਿਫੋਰਮਿਟੀ, ਉਹਨਾਂ ਨੂੰ ਟਰੀਟ ਕਰਦੇ ਹਾਂ ਅਸੀਂ। ਜਿਹੜੇ ਬਹੁਤ ਜ਼ਿਆਦਾ ਡਾਇਬਟਿਕ ਫੁੱਟ ਇੱਥੇ ਬਹੁਤ ਜ਼ਿਆਦਾ ਹੁੰਦਾ ਹੈ, ਡਾਇਬਟੀਜ਼ ਬਹੁਤ ਕਾਮਨ ਹੈ, ਅਤੇ ਡਾਇਬਟਿਕ ਫੁੱਟ ਦਾ ਆਪਾਂ ਮੈਨੇਜਮੈਂਟ ਕਰਦੇ ਹਾਂ। ਅਤੇ ਜਿੱਦਾਂ ਕੋਈ ਨਿਸ਼ਾਨ ਹੈ, ਕੋਈ ਫੇਸ 'ਤੇ ਟਿਊਮਰ ਹੈ, ਉਹ ਸਾਰਾ ਕੁਝ ਕੱਢ ਕੇ ਉਹਦੀ ਰੀਕਨਸਟਰਕਸ਼ਨ ਕਰਦੇ ਹਾਂ ਆਪਾਂ। ਅਤੇ ਜਿਹੜੀ ਹੱਥ ਦੀ ਨਸਾਂ ਹੈ ਉਹ ਖਰਾਬ ਹੈ ਜਾਂ ਉਹਦੀ ਕੋਈ ਪ੍ਰੋਬਲਮ ਹੈ, ਸੁੰਨਪਨ ਹੈ ਹੱਥਾਂ 'ਚ, ਹੱਥ ਦੀ ਸਾਰੀ ਸਰਜਰੀ ਆਪਾਂ ਕਰਦੇ ਹਾਂ। ਅਤੇ ਬਾਕੀ ਜਿਹੜਾ ਪੋਪੂਲਰ ਓਪੀਨੀਅਨ ਹੈ ਪਲਾਸਟਿਕ ਸਰਜਰੀ ਦਾ, ਐਸਥੈਟਿਕਸ ਦਾ ਕੰਮ ਵੀ ਅਸੀਂ ਕਰਦੇ ਹਾਂ। ਠੀਕ ਹੈ ਜੀ। ਹਾਂਜੀ। ਇੱਕ ਚੀਜ਼ ਜ਼ਰੂਰ ਦੱਸਿਓ ਕਿ ਜਦੋਂ ਮੁਫਤ 'ਚ ਮਰੀਜ਼ ਦੇਖਣਾ ਹੁੰਦਾ ਤਨਖਾਹ ਤਾਂ ਕੋਈ ਇੱਥੇ ਆਉਣ ਦੀ ਲੈਂਦੇ ਨਹੀਂ, ਐਵੇਂ ਹੀ ਜਾਣੀ ਮਾੜਾ ਜਿਹਾ ਗੱਲ ਸੁਣ ਕੇ ਪਰੇ ਕਰ ਦਿੰਦੇ ਹੋ ਕਿ ਚੰਗੀ ਤਰ੍ਹਾਂ ਦੇਖਦੇ ਹੋ? ਨਹੀਂ, ਚੰਗੀ ਤਰ੍ਹਾਂ ਦੇਖਦੇ ਹਾਂ। ਸਾਡੇ ਮੰਮੀ ਪਾਪਾ ਦੇ ਪੇਸ਼ੈਂਟਸ ਹੈ, ਅਸੀਂ ਚੰਗੀ ਤਰ੍ਹਾਂ ਦੇਖਦੇ ਹਾਂ। ਠੀਕ ਹੈ ਜੀ, ਠੀਕ ਹੈ, ਬਹੁਤ ਮਿਹਰਬਾਨੀ ਜੀ। ਸੋ ਮੈਂ ਤਾਂ ਆਪ ਥੋੜ੍ਹਾ ਜਿਹਾ ਖੰਘ ਦਾ ਮਰੀਜ਼ ਹਾਂ। ਡਾਕਟਰ ਜੋੜਾ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇੱਥੇ ਮਹੀਨੇ ਦੇ ਵਿੱਚ 2 ਦਿਨ ਸੇਵਾਵਾਂ ਦਿੰਦੇ ਆ। ਕੰਮ ਸ਼ੁਰੂ ਹੋਇਆ, ਲੋਕਾਂ ਨੂੰ ਪਤਾ ਲੱਗਿਆ, ਸਾਰੇ ਲੋਕਾਂ ਤੱਕ ਜਾਣਕਾਰੀ ਜਿਹੜੀ ਉਹ ਮੁਹੱਈਆ ਕਰਾ ਦਿੱਤੀ ਗਈ ਹੈ। ਅਤੇ ਤੁਸੀਂ ਨੂਰਪੁਰ ਬੇਦੀ ਦੇ ਇਲਾਕੇ 'ਚ ਰਹਿੰਦੇ ਹੋ, ਬਾਹਰਲੇ ਕਿਸੇ ਵਿਧਾਨ ਸਭਾ ਹਲਕੇ 'ਚ ਰਹਿੰਦੇ ਹੋ, ਆ ਸਕਦੇ ਹੋ ਤੁਸੀਂ ਵੀ, ਮੈਨੂੰ ਲੱਗਦਾ ਮਨਾ ਨਹੀਂ ਕਰਨਗੇ। ਪਰਚੀ ਸਰਕਾਰੀ ਲੱਗਣੀ ਹੈ। ਨੂਰਪੁਰ ਬੇਦੀ ਦਾ ਸਰਕਾਰੀ ਹਸਪਤਾਲ
ਮੇਨ ਅੱਡੇ ਤੋਂ ਮੈਨੂੰ ਲੱਗਦਾ ਅੱਧਾ ਕੁ ਕਿਲੋਮੀਟਰ ਦੇ ਫਰਕ ਨਾਲ ਹੀ ਹੈ। MLA ਸਾਹਿਬ, ਜੇ ਮੈਂ ਹੁਣ ਤੁਹਾਡੇ ਵੱਲ ਆਵਾਂ, ਆਮ ਤੌਰ ਦੇ ਉੱਤੇ ਹੁੰਦਾ ਕਿ ਬੰਦਾ ਆਪਣੇ ਰਿਲੇਸ਼ਨ ਜਿਹੜੇ ਆ ਨਾ ਉਹ ਨਿੱਜੀ ਕੰਮਾਂ ਲਈ ਵਰਤਦਾ, ਸਾਂਝੇ ਕੰਮਾਂ ਲਈ ਨਹੀਂ ਵਰਤਦਾ। ਤੁਸੀਂ ਇਹਨਾਂ ਨੂੰ ਕਿੱਦਾਂ ਮਨਾ ਲਿਆ? ਜਾਣੀ ਕਿ ਮੈਂ ਜੇ ਐਫਰਟ ਕਰਨਾ ਹੋਵੇ ਕਿ ਭਾਈ ਆਪਣੇ ਨਾਲ ਦਿਆਂ ਨੂੰ ਕਹਾਂ, ਮੈਨੂੰ ਥੋੜ੍ਹਾ ਜਿਹਾ ਔਖਾ ਲੱਗੂਗਾ। ਮੈਨੂੰ ਲੱਗਦਾ ਜੀ ਕਿ ਸਿਰਫ ਇਨੀਸ਼ੀਏਟਿਵ ਲੈਣ ਦੀ ਗੱਲ ਹੈ ਜੀ, ਕਿਉਂਕਿ ਇਹ ਇਹਨਾਂ ਦੇ ਅੰਦਰ ਆਪ ਸੇਵਾ ਭਾਵਨਾ ਸੀਗੀ ਜੀ। ਸੋ ਮੈਨੂੰ ਕੋਈ ਇਹਨਾਂ ਨੂੰ ਮਨਾਉਣ ਲਈ ਬਹੁਤ ਜ਼ਿਆਦਾ ਐਫਰਟ ਨਹੀਂ ਕਰਨੇ ਪਏ। ਠੀਕ ਹੈ ਜੀ। ਜਸਟ ਮੈਂ ਇਹਨਾਂ ਨੂੰ ਅਪਰੋਚ ਹੀ ਕੀਤਾ। ਵੈਸੇ ਤਾਂ ਚਲੋ ਇਹ ਤਾਂ ਦੋਨੋਂ ਹੀ ਡਾਕਟਰ ਸਾਹਿਬਾਨ ਮੇਰੇ ਬ੍ਰਦਰ ਲਾਈਕ ਨੇ ਜੀ। ਉਹ ਤੁਹਾਨੂੰ ਦੱਸਿਆ ਵੀ ਉਹ ਮੇਰੇ ਤੋਂ 1 ਸਾਲ ਸੀਨੀਅਰ ਸੀਗੇ ਤੇ ਇਹ ਮੇਰੇ ਜੂਨੀਅਰ ਸੀਗੇ। ਇਹਨਾਂ ਦੇ ਬ੍ਰਦਰ ਮੇਰੇ ਨਾਲ ਪੜ੍ਹਦੇ। ਜੇ ਮੈਂ ਇਹਨਾਂ ਨੂੰ ਵੈਸੇ ਵੀ ਕਹਾਂ ਬਾਹਰ ਤੋਂ ਫੜ ਕੇ ਆਣਾ ਹੀ ਆਣਾ ਕਿਤੇ, ਤਾਂ ਵੈਸੇ ਵੀ ਆ ਜਾਣਗੇ। ਪਰ ਇੱਥੇ ਲਈ ਮੈਂ ਇਹਨਾਂ ਨੂੰ ਕੋਈ ਜ਼ਿਆਦਾ ਨਹੀਂ, ਮੈਂ ਇਹਨਾਂ ਨੂੰ ਅਪਰੋਚ ਕੀਤਾ ਤੇ ਇਹ ਆਪ ਇਸ ਸੇਵਾ ਲਈ ਇੰਟਰਸਟਡ ਸੀ। ਇਹ ਇਹਨਾਂ ਦੀ ਵੀ ਗ੍ਰੇਟਨੈਸ ਹੈ ਡਾਕਟਰ ਦੀ, ਤਿੰਨਾਂ ਦੀ। ਇਹ ਆਪ ਸੇਵਾ ਲਈ ਤਿਆਰ ਸੀਗੇ, ਆਪਣਾ ਵਲੰਟਰਲੀ ਸੇਵਾਵਾਂ ਦੇ ਰਹੇ ਆ। ਕਿਸੇ ਇਹਨਾਂ ਨੂੰ ਇਹ ਨਹੀਂ ਲੱਗ ਰਿਹਾ ਵੀ ਇਹ MLA ਦੇ ਬਿਠਾਏ ਕਿ ਧੱਕੇ ਨਾਲ ਬੈਠੇ ਆ, ਇਹ ਦਿਲੋਂ ਸੇਵਾਵਾਂ ਦੇ ਰਹੇ ਆ। ਸ਼ੁਕਰੀਆ ਜੀ। ਸੋ ਮੈਂ ਨਾਲ ਦੀ ਨਾਲ ਇਹ ਵੀ ਦੱਸ ਦੇਵਾਂ ਕਿ ਹੋਰ ਬਹੁਤ ਸਾਰੇ ਡਾਕਟਰ ਜਿਹੜੇ ਕਿ ਇਸ ਹਸਪੀਟਲ ਦੇ ਵਿੱਚ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ, ਉਹਨਾਂ ਨੂੰ ਸਟੇਸ਼ਨ ਇਹ ਦਿੱਤੇ ਹੋਏ ਨੇ, ਉਹ ਵੀ ਕੰਮ ਕਰ ਰਹੇ ਨੇ। ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਉਹਨਾਂ ਡਾਕਟਰ ਸਾਹਿਬਾਨਾਂ ਦੇ ਨਾਲ ਗੱਲ ਕੀਤੀ ਹੈ ਜਿਹੜੇ ਕਿ ਮਹੀਨੇ ਦੇ ਵਿੱਚ 2 ਦਿਨ 3 ਦਿਨ 1 ਦਿਨ ਇੱਥੇ ਆਪੋ ਆਪਣੇ ਹੁਨਰ ਦੇ ਨਾਲ ਲੋਕਾਂ ਨੂੰ ਮੁਫਤ ਜਿਹੜੀਆਂ ਸਰਵਿਸਿਜ਼ ਦਿੰਦੇ। ਹੁਣ ਆਪਾਂ ਕੁਝ ਪੇਸ਼ੈਂਟ ਜਿਹੜੇ ਮਰੀਜ਼ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਹਾਲ ਚਾਲ ਨੇ ਜੀ? ਵਧੀਆ ਸਰ। ਕੀ ਸ਼ੁਭ ਨਾਮ ਜੀ ਤੁਹਾਡਾ? ਡਾਕਟਰ ਚੰਦਰਭੂਸ਼ਣ। ਓਕੇ ਜੀ। ਤੇ ਤੁਸੀਂ ਕਾਹਦੇ ਡਾਕਟਰ ਹੋ ਜੀ? ਮੈਂ ਹੱਡੀਆਂ ਡਾਕਟਰ ਹਾਂ ਜੀ, ਪੋਸਟਡ ਸਿਵਲ ਹਸਪਤਾਲ ਰੋਪੜ ਦੀ। ਠੀਕ ਹੈ ਜੀ। ਤੇ ਹਫਤੇ 'ਚ ਕਿੰਨੇ ਦਿਨ ਇੱਥੇ ਡਿਊਟੀ ਹੁੰਦੀ ਹੈ ਜੀ? ਮੇਰੀ ਸੋਮਵਾਰ ਡਿਊਟੀ ਹੁੰਦੀ ਹੈ ਜੀ। ਸੋਮਵਾਰ ਡਿਊਟੀ ਹੁੰਦੀ ਹੈ। ਤੇ ਅੱਜ ਡਾਕਟਰ ਸਾਹਿਬ ਕਿੰਨੇ ਪੇਸ਼ੈਂਟ ਹੱਡੀਆਂ ਦੇ ਆਏ ਆਪਣੇ ਕੋਲ? ਹੁਣ ਤੱਕ ਜੀ 52 ਹੋ ਚੁੱਕੇ ਜੀ। ਲਓ ਜੀ, ਸਵੇਰ ਦੇ ਕਿੰਨੇ ਵਜੇ ਨੇ ਡਾਕਟਰ ਸਾਹਿਬ? ਆਪਣੀ ਘੜੀ ਤੋਂ ਟਾਈਮ ਦੱਸ ਦਿਓ, ਨਹੀਂ ਤਾਂ 12:30 ਹੋਏ ਆ ਜੀ। ਤੇ ਆ ਦੇਖੋ 52 ਪੇਸ਼ੈਂਟ ਨੇ ਜੀ ਅੱਜ ਦੇ 52 ਪੇਸ਼ੈਂਟ ਹੋ ਗਏ। ਤੇ ਅਜੇ ਬਾਹਰ ਕਤਾਰ ਜਿਹੜੀ ਉਹ ਲੱਗੀ, ਐਂਟਰੀ ਹੋਣੀ ਹੈ, ਅਜੇ ਐਂਟਰੀਆਂ ਪਈਆਂ ਨੇ। ਠੀਕ ਹੈ ਜੀ, ਠੀਕ ਹੈ ਜੀ। 73 ਦੀ ਆਪਣੀ ਪਹਿਲਾਂ ਓਪਨਿੰਗ ਐਵਰੇਜ ਜਿਹੜੀ ਹੈ ਜੀ 100 ਤੋਂ ਉੱਪਰ ਚੱਲ ਰਹੀ ਸੀ। 100 ਤੋਂ ਉੱਪਰ ਚੱਲ ਰਹੀ ਸੀ। ਠੀਕ ਹੈ ਜੀ। 112 ਇੱਕ ਦਿਨ ਦੇ 130 ਵੀ। ਅੱਛਾ, ਤੁਸੀਂ 130 ਮਰੀਜ਼ ਵੀ ਦੇਖੇ ਇੱਕ ਦਿਨ? 130 150 ਤੱਕ ਵੀ ਗਏ। 150 ਤੱਕ ਵੀ ਗਏ। 150 ਵੀ ਗਏ। ਤੇ ਡਾਕਟਰ ਸਾਹਿਬ ਤਸੱਲੀ ਕਰਾ ਕੇ ਭੇਜਦੇ ਹੋ ਮਰੀਜ਼ ਦੀ? ਬਿਲਕੁਲ ਜੀ। ਠੀਕ ਹੈ ਜੀ। ਬਿਲਕੁਲ ਸੰਤੁਸ਼ਟ ਹੈ ਮਰੀਜ਼, ਤਦੇ ਵਾਪਸ ਆ ਰਹੇ। ਠੀਕ ਹੈ ਜੀ। ਮੈਂ ਹੁਣ ਮਰੀਜ਼ਾਂ ਨਾਲ ਗੱਲ ਕਰ ਲਵਾਂ ਥੋੜੀ? ਬਿਲਕੁਲ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਪੁੱਤ ਕੀ ਹਾਲ ਚਾਲ ਆ? ਠੀਕ ਹੈ ਜੀ। ਕੀ ਨਾਮ ਆ ਮੇਰੇ ਪੁੱਤ ਦਾ? ਰਿਤਿਕ ਸਿੰਘ। ਰਿਤਿਕ ਸਿੰਘ, ਕੀ ਗੱਲ ਹੋਈ? ਕੀ ਸਮੱਸਿਆ ਆ ਗਈ? ਸਰ ਮੈਂ ਡਿੱਗ ਗਿਆ ਜੀ। ਸਾਈਕਲ ਚਲਾਉਂਦਾ ਕਿ ਪਤੰਗ ਚੜਾਉਂਦਾ? ਸਰ ਸਾਈਕਲ ਚਲਾਉਂਦਾ ਸੀ। ਕਿੱਥੇ ਸੱਟ ਲੱਗੀ? ਸਰ ਬਾਂਹ ਤੇ। ਅੱਛਾ, ਪਹਿਲੀ ਵਾਰੀ ਆਏ ਹੋ ਡਾਕਟਰ ਸਾਹਿਬ ਕੋਲ ਕਿ ਪਹਿਲਾਂ ਵੀ ਆਏ ਸੀ? ਸਰ ਪਹਿਲਾਂ ਵੀ ਆਏ ਸੀ। ਅੱਛਾ, ਚੰਗੀ ਤਰ੍ਹਾਂ ਦੇਖਦੇ ਆ? ਹਾਂਜੀ। ਠੀਕ ਹੈ, ਵਧੀਆ। ਹੁਣ ਕਦੋਂ ਆਏ ਸੀ ਜੀ ਪਹਿਲਾਂ ਇਹ? ਅਸੀਂ ਆ ਵੀਰਵਾਰ ਨੂੰ 22 ਦਿਨ ਹੋ ਜਾਣੇ। 22 ਦਿਨ ਹੋ ਜਾਣੇ। ਠੀਕ ਹੈ। ਡਾਕਟਰ ਸਾਹਿਬ ਠੀਕ ਕੰਮ ਕਰਦੇ ਆ? ਹਾਂਜੀ ਠੀਕ ਹੈ ਜੀ। ਠੀਕ ਦੇਖਦੇ ਆ? ਹਾਂਜੀ। ਠੀਕ ਹੈ ਜੀ, ਸ਼ੁਕਰੀਆ ਜੀ। ਮਾਤਾ ਜੀ ਦੇ ਨਾਲ ਕੌਣ ਆਇਆ ਜੀ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਮਾਤਾ ਜੀ ਨੂੰ ਕੀ ਸਮੱਸਿਆ ਹੋਈ ਜੀ? ਇਹ ਚੂਲਾ ਕਰਕ ਹੋ ਗਿਆ ਜੀ। ਠੀਕ ਹੈ ਜੀ। ਪਹਿਲੀ ਵਾਰ ਲੈ ਕੇ ਆਏ ਹੋ? ਹਾਂਜੀ। ਅੱਜ ਪਹਿਲੀ ਵਾਰ ਆਏ ਹੋ? ਹਾਂਜੀ ਹਾਂਜੀ। ਠੀਕ ਹੈ ਜੀ। ਚਲੋ ਹੁਣ ਡਾਕਟਰ ਸਾਹਿਬ, ਤੁਹਾਨੂੰ ਪਤਾ ਸੀ ਕਿ ਡਾਕਟਰ ਸਾਹਿਬ ਆਉਂਦੇ ਆ? ਹਾਂਜੀ। ਕਿਹੜੇ ਦਿਨ ਆਉਂਦੇ ਇਹ ਵੀ ਪਤਾ ਸੀ? ਇਹ ਵੀ ਪਤਾ ਸੀ। ਕਿਹੜੇ ਦਿਨ ਆਉਂਦੇ? ਅੱਜ ਮੈਂ ਪਹਿਲੇ ਰੋਪੜ ਗਏ ਸੀ। ਅੱਛਾ ਜੀ। ਉਹ ਕਹਿੰਦੇ ਉੱਥੇ ਸਿੰਘਪੁਰ ਗਏ ਜੀ। ਕੀ ਬਾਤ ਹੈ। ਠੀਕ ਹੈ ਜੀ, ਸ਼ੁਕਰੀਆ ਜੀ। ਕਿੰਨੀ ਉਮਰ ਮਾਤਾ ਦੀ? 82 ਸਾਲ। 82 ਸਾਲ। ਕੀ ਨਾਮ ਤੁਹਾਡਾ? ਮੀਤ। ਠੀਕ ਹੈ ਜੀ। ਕੀ ਸਮੱਸਿਆ ਜੀ ਤੁਹਾਨੂੰ? ਮੇਰਾ ਜੀ ਡਿਸ ਹਿੱਲ ਗਈ ਵੀ। ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਏ ਹੋ? ਨਹੀਂ, ਸਾਨੂੰ 1.5 ਸਾਲ ਹੋ ਗਿਆ। 1.5 ਸਾਲ ਹੋ ਗਿਆ। ਤੇ ਠੀਕ ਦੇਖਦੇ ਆ ਡਾਕਟਰ ਸਾਹਿਬ? ਹਾਂਜੀ, ਵਧੀਆ ਵਧੀਆ ਤਰੀਕੇ ਨਾਲ? ਹਾਂਜੀ ਹਾਂ। ਗੱਲ ਸੁਣਦੇ ਚੰਗੀ ਤਰ੍ਹਾਂ? ਸੁਣਦੇ ਵੀ ਤਾਂ। ਠੀਕ ਹੈ ਜੀ, ਸ਼ੁਕਰੀਆ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕੀ ਸਮੱਸਿਆ ਜੀ? ਕੁਛ ਨਹੀਂ ਜੀ, ਲੱਤ 'ਚ ਦਰਦ ਹੁੰਦਾ ਤਾਂ ਆਏ ਤੇ ਡਾਕਟਰ ਨੂੰ ਦਿਖਾਣ। ਪਹਿਲੀ ਵਾਰ ਆਏ ਹੋ? ਹਾਂਜੀ। ਠੀਕ ਹੈ ਜੀ। ਤੁਹਾਨੂੰ ਪਤਾ ਸੀ ਵੀ ਅੱਜ ਦੇ ਦਿਨ ਇੱਥੇ ਹੁੰਦੇ ਆ ਡਾਕਟਰ ਸਾਹਿਬ? ਹੁੰਦੇ ਆ ਜੀ, ਪਰ ਉਦਾਂ ਬਹੁਤ ਪ੍ਰੋਬਲਮ ਆ ਰਹੀ ਹੈ, ਮਰੀਜ਼ ਜ਼ਿਆਦਾ ਹੈ, ਡਾਕਟਰ ਇਕੱਲੇ ਆ। ਹਾਂਜੀ। ਤੰਗ ਬਹੁਤ ਹੋ ਰਹੇ। ਸਮਾਂ ਲੱਗਦਾ ਜ਼ਿਆਦਾ ਨਾ? ਘਰੀ ਬੱਚੇ ਛੱਡੇ ਵੀ ਬਹੁਤ ਔਖੇ ਆ ਜੀ। ਬਹੁਤ ਔਖੇ। ਹਾਂਜੀ। ਠੀਕ ਹੈ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਨੇ? ਕੀ ਸਮੱਸਿਆ ਜੀ? ਸੱਟ ਲੱਗ ਗਈ। ਸੱਟ ਲੱਗ ਗਈ? ਪਹਿਲੀ ਵਾਰ ਆਏ ਹੋ? ਇਹ ਤਾਂ ਪਹਿਲੀ ਵਾਰ, ਪਹਿਲਾਂ ਵੀ ਲੈ ਗਏ ਦਵਾਈ, ਉਹ ਦੂਸਰੀ ਲੈ ਗਏ ਸੀ। ਠੀਕ ਤਰ੍ਹਾਂ ਦੇਖਦੇ ਆ ਡਾਕਟਰ ਸਾਹਿਬ? ਚੰਗਾ ਦੇਖਦੇ ਆ? ਇੱਧਰ ਵੀ ਜਾਣਦੀ ਹੈ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਿਲਕੁਲ ਵਧੀਆ ਜੀ। ਕੀ ਸ਼ੁਭ ਨਾਮ ਜੀ ਤੁਹਾਡਾ? ਜਦਾਰ ਸਿੰਘ। ਕੀ ਸਮੱਸਿਆ ਹੋਈ ਜੀ? ਇਹਨਾਂ ਦੇ ਘਰ ਦਾ ਜੀ। ਨਾਲ ਲੈ ਕੇ ਆਏ ਹੋ? ਆਏ ਹਾਂ।
ਪਹਿਲੀ ਵਾਰ ਆਈ? नहीं परसों आए दवा फिर एक्सट्रा करा के ले ਹੁਣ ਦੱਸਣਾ ਨੂੰ ਐਕਸਟਰਾ ਅੱਛਾ ਹੁਣ ਐਕਸਟਰਾ ਕਲਾਸ ਠੀਕ ਹੈ ਜੀ ਠੀਕ ਹੈ ਸ਼ੁਕਰੀਆ ਜੀ। ਲਓ ਜੀ ਅਸੀਂ ਕੁਝ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਸੀ। ਅੰਦਰ ਆਪਾਂ ਦੇਖਿਆ ਕਿ 112 130 150 ਵੀ ਇੱਕ ਦਿਨ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਹੋ ਜਾਂਦੀ ਹੈ। ਸੋ ਡਾਕਟਰਾਂ ਦੀ ਗਿਣਤੀ ਵੀ ਵਧਣੀ ਚਾਹੀਦੀ ਹੈ, ਇਹ ਵੀ ਜ਼ਰੂਰੀ ਹੈ। ਪਰ ਫਿਰ ਵੀ ਜੇ 150 ਮਰੀਜ਼ ਇੱਕ ਦਿਨ ਦੇ ਵਿੱਚ ਇੱਥੇ ਆਉਂਦਾ ਤਾਂ ਇਹਦਾ ਮਤਲਬ ਹੈ ਕਿ ਡਾਕਟਰ ਸਾਹਿਬ ਦੇ ਉੱਤੇ ਯਕੀਨ ਤੇ ਵਿਸ਼ਵਾਸ ਜਿਹੜਾ ਉਹ ਹਾਲ ਦੀ ਘੜੀ ਤੱਕ ਕਾਇਮ ਲੱਗਦਾ। ਹਾਂ ਜਿਵੇਂ MLA ਸਾਹਿਬ ਨੇ ਵੀ ਕਿਹਾ ਸੀ ਕਿ ਤੁਸੀਂ ਆਪਣੀਆਂ ਟਿੱਪਣੀਆਂ ਦੇ ਦਿਓ, ਤੁਹਾਨੂੰ ਕੋਈ ਵੀ ਘਾਟ ਲੱਗਦੀ ਹੈ, ਕੋਈ ਚੀਜ਼ ਦਰੁਸਤ ਚਾਹੁੰਦੇ ਹੋ, ਤੁਸੀਂ ਬਿਲਕੁਲ ਸ਼ੁੱਧ ਪੰਜਾਬੀ ਭਾਸ਼ਾ ਦੇ ਵਿੱਚ ਨੂਰਪੁਰ ਬੇਦੀ ਦੇ ਇਸ ਹਸਪੀਟਲ ਦੇ ਬਾਬਤ ਟਿੱਪਣੀ ਜਿਹੜੀ ਉਹ ਜ਼ਰੂਰ ਦੇ ਸਕਦੇ ਹੋ। ਆਪਾਂ ਅੱਗੇ ਚੱਲਦੇ ਹਾਂ। ਸੋ ਮੈਂ MLA ਦਿਨੇਸ਼ ਚੱਡਾ ਹੋਰਾਂ ਤੋਂ ਹੀ ਪੁੱਛ ਲੈਣਾ ਕਿ ਹਾਲਾਤ ਕੀ ਸੀ। ਉਹਨਾਂ ਨੂੰ ਆਪਾਂ ਸਾਰਾ ਹਿਸਾਬ ਕਿਤਾਬ ਜਿਹਾ ਕਿ ਇਹ ਜਿਹੜਾ ਕਮਰੇ ਦੇ ਵਿੱਚ 3 ਤੇ 3 6 ਬੈੱਡ ਲੱਗੇ। MLA ਸਾਹਿਬ ਇਹ ਕੀ ਹਿਸਾਬ ਕਿਤਾਬ ਕਮਰੇ ਦਾ? ਪਹਿਲਾਂ ਇਹ ਕਮਰਾ ਬੰਦ ਸੀ, ਖੁੱਲ੍ਹਿਆ ਸੀ, ਬੈੱਡ ਕਦੋਂ ਆਏ, ਕੀ ਹਾਲਾਤ ਸੀ ਉਹ ਦੱਸਿਓ। ਬੈੱਡ ਕਿਉਂਕਿ ਬੈੱਡ ਦਾ ਪਹਿਲਾਂ ਵੀ ਰੌਲਾ ਪੈ ਹਟਿਆ ਵਾਈਸ ਚਾਂਸਲਰ ਸਾਹਿਬ ਤੱਕ। ਉਹ ਇਹ ਜਿਹੜੇ ਹੁਣ ਉਸ ਬੈੱਡ ਦੇ ਗੱਦੇ ਬਾਰੇ ਤਾਂ ਮੈਂ ਗੱਲ ਨਹੀਂ ਕਰਨੀ, ਪਰ ਇਹ ਜਿਹੜੇ ਇਸ ਹਸਪੀਟਲ ਦੇ ਬੈੱਡ 'ਤੇ ਗੱਦੇ ਹੈ, ਇਹ 20 ਬੈੱਡ ਸਾਡਾ ਜਿਹੜਾ ਹਸਪੀਟਲ ਹੈ, ਇਹਦੇ 20 ਦੇ 20 ਬੈੱਡ ਜਿਹੜੇ ਹੈ ਉਹ ਕਰੀਬ 18-20 ਸਾਲ ਬਾਅਦ ਬਦਲ ਹੋਏ ਹੈ। 18-20 ਸਾਲ ਜਿਹੜੇ ਉਹ ਜਿਹੜੇ ਕਹਿ ਲਓ ਕਿ ਸੜੇ ਗਲੇ ਬੈੱਡਾਂ ਦੇ ਔਰ ਗੱਦਿਆਂ ਦੇ ਉੱਪਰ ਹੀ ਮਰੀਜ਼ਾਂ ਨੂੰ ਇੱਥੇ ਸੌਣਾ ਪੈਣਾ ਪੈਂਦਾ ਸੀਗਾ। ਹੁਣ 18-20 ਸਾਲ ਬਾਅਦ 'ਚ 20 ਦੇ 20 ਬੈੱਡ 'ਤੇ ਗੱਦੇ ਇਸ ਹਸਪੀਟਲ 'ਤੇ ਬਦਲ ਹੋਏ। ਜੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਜੀ ਤੁਹਾਡਾ? ਮਨਜੀਤ ਕੌਰ ਹੈ ਜੀ। ਕਿੰਨੇ ਦਿਨ ਹੋ ਗਏ ਜੀ ਇੱਥੇ? ਅੱਜ ਕੱਲ ਦੇ ਹੈ ਜੀ। ਕੱਲ ਦੇ ਆਏ ਹੋ? ਠੀਕ ਹੈ ਜੀ, ਚਲੋ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ। ਡਾਕਟਰ ਠੀਕ ਦੇਖਦੇ ਆ? ਹਾਂਜੀ ਠੀਕ ਹੈ। ਠੀਕ ਹੈ ਜੀ, ਸਾਰੇ ਜਾਣੀ ਕਿ ਸੇਵਾ ਸੰਭਾਲ ਕਰਦੇ ਆ? ਹਾਂਜੀ। ਸੰਤੁਸ਼ਟ ਹੋ? ਹਾਂਜੀ। ਚਲੋ ਠੀਕ ਹੈ ਜੀ, ਬਹੁਤ ਮਿਹਰਬਾਨੀ। ਸੋ ਇਹ ਲੇਡੀਜ਼ ਵਾਰਡ ਹੈ ਜੀ, ਜਨਾਨਾ ਵਾਰਡ ਹੈ ਤੇ 6 ਬੈੱਡ ਇੱਥੇ ਨੇ ਆਲੇ ਦੁਆਲੇ, ਤੇ ਜ਼ਰੂਰ ਕੈਮਰਾ ਘੁਮਾ ਕੇ ਜਿਹੜਾ ਦੱਸ ਦਿੱਤਾ ਜਾਵੇ। ਤੇ ਇਹ ਵੀ ਬਦਲੇ ਗਏ ਜੀ ਹੁਣ ਸਾਰੇ ਜੀ। 30 ਬੈੱਡਡ ਹਸਪੀਟਲ ਹੈ। ਠੀਕ ਹੈ। ਜਿਹੜੇ 20 ਬੈੱਡ ਹੈ ਉਹ ਨਵੇਂ ਸਾਡੇ ਕੋਲ ਆਏ ਨੇ, 20 ਬੈੱਡ 'ਤੇ ਗੱਦੇ। ਠੀਕ ਹੈ ਜੀ ਠੀਕ ਹੈ। ਆਓ ਜੀ। ਆਪਰੇਸ਼ਨ ਥੀਏਟਰ ਹੈ ਜੀ, ਸ਼ਾਇਦ 7 ਸਾਲ ਦਾ ਸਮਾਂ ਇਹਦੇ ਬਾਬਤ MLA ਸਾਹਿਬ ਨੇ ਗੱਲ ਕਰਦਿਆਂ ਦੱਸਿਆ ਸੀ। ਚੱਡਾ ਸਾਹਿਬ ਉਹੀ ਹੈ? ਹਾਂਜੀ, ਇਹ ਇਸ ਹਸਪੀਟਲ ਦਾ ਜਿਹੜਾ ਆਪਰੇਸ਼ਨ ਥੀਏਟਰ ਹੈ ਉਹ 7 ਸਾਲ ਤੋਂ ਬੰਦ ਪਿਆ ਸੀਗਾ। ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਇੱਥੇ ਆ ਕੇ ਵੀਡੀਓ ਬਣਾਈ ਸੀਗੀ, ਬੰਦ ਹੀ ਨਹੀਂ ਪਿਆ ਸੀਗਾ। ਈਵਨ ਕਿ ਜਿਹੜਾ ਲੱਖਾਂ ਦੀ ਮਸ਼ੀਨਰੀ ਪਈ ਹੈ ਇਹਦੇ ਵਿੱਚ ਜਾਲੇ ਲੱਗੇ ਹੋਏ ਸੀਗੇ, ਕੁਆੜ ਬਣ ਗਈ ਸੀਗੀ। ਇਹ 7 ਸਾਲ ਬਾਅਦ ਹੁਣ ਅਸੀਂ ਇਸ ਆਪਰੇਸ਼ਨ ਥੀਏਟਰ ਨੂੰ ਦੁਬਾਰੇ ਖੁਲਾਇਆ। ਆਪਾਂ ਇੱਥੇ ਜਿਹੜੀਆਂ ਮਾਈਨਰ ਸਰਜਰੀਜ਼ ਹੈ ਉਹ ਅਸੀਂ ਡਾਕਟਰਸ ਬੁਲਾ ਕੇ ਮਾਈਨਰ ਸਰਜਰੀ ਇੱਥੇ ਕਰਾਉਣੀਆਂ ਸ਼ੁਰੂ ਕੀਤੀਆਂ ਨੇ। ਠੀਕ ਹੈ ਜੀ ਜੀ। ਤੇ ਚਲੋ ਬਹੁਤ ਵਧੀਆ ਜੀ। ਤੇ ਜੇ ਸਾਰਾ ਕੁਝ ਇਹ ਰਨਿੰਗ ਦੇ ਵਿੱਚ ਹੋ ਜਾਵੇ, ਤੁਹਾਨੂੰ ਵੈਸੇ ਧਿਆਨ ਰੱਖਣਾ ਪੈਣਾ ਲਗਾਤਾਰ ਸਰਕਾਰ ਦੇ ਨਾਲ ਰਾਬਤੇ ਦੇ ਵਿੱਚ, ਇਹ ਨਾ ਹੋਵੇ ਮੁੜ ਕੇ ਡਾਕਟਰ ਬਦਲ ਜਾਣ, ਕੁਛ ਹੋਰ ਹੋ ਜਾਵੇ। ਖਿੱਚ ਕੇ ਰੱਖਿਓ ਕੰਮ। ਇਹ ਤਾਂ ਜਿਹੜਾ ਇਸ ਹਸਪੀਟਲ ਦਾ ਤੁਹਾਨੂੰ ਡੇ ਬਾਈ ਡੇ, ਈਅਰ ਬਾਈ ਈਅਰ ਇਹਦਾ ਗ੍ਰਾਫ ਵਧਿਆ ਬਾਈ ਮਿਲੂਗਾ। ਤੇ ਇੱਥੇ ਐਗਜ਼ਾਮਪਲਰੀ ਚੀਜ਼ ਹੁਣ ਹੋਈ ਹੈ ਵਲੰਟਰੀ ਸੇਵਾਵਾਂ ਵਾਲੀ, ਤੇ ਅੱਗੇ ਨੂੰ ਵੀ ਇੱਥੇ ਐਗਜ਼ਾਮਪਲਰੀ ਹੋਣੀ ਆ। ਉਹ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ ਜੀ ਤੁਹਾਡੇ ਸਹਿਯੋਗ ਨਾਲ। ਸ਼ੁਕਰੀਆ ਜੀ, ਸ਼ੁਕਰੀਆ। ਸੋ ਨੂਰਪੁਰ ਬੇਦੀ ਦੇ ਇਸ ਹਸਪੀਟਲ ਦਾ ਆਪਾਂ ਅੱਜ ਵਿਜ਼ਿਟ ਕੀਤਾ ਸੀ MLA ਦਿਨੇਸ਼ ਚੱਡਾ ਹੋਰਾਂ ਨੂੰ ਨਾਲ ਲੈ ਕੇ। 3-4 ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਸਾਹਮਣੇ ਆਈਆਂ। ਬੇਸ਼ੁਮਾਰ ਕਮੀਆਂ ਹੋਣਗੀਆਂ, ਬੇਸ਼ੁਮਾਰ ਅਜੇ ਘਾਟਾਂ ਹੋਣਗੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ 'ਚ ਪੂਰੀਆਂ ਹੋਣ, ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ। ਕਿਉਂਕਿ ਇੱਕ ਤਾਂ ਦਾਅਵਾ ਇਹ ਕੀਤਾ ਗਿਆ ਕਿ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੰਦ ਸੀ ਉਹ ਦੁਬਾਰਾ ਸ਼ੁਰੂ ਕਰਵਾਤੀਆਂ ਗਈਆਂ। ਬਹੁਤ ਸਾਰੇ ਡਾਕਟਰ ਜਿਹੜੇ ਕਿ ਸਰਕਾਰੀ ਡਿਊਟੀ ਕਰਦੇ ਨੇ ਉਹ ਹਫ਼ਤੇ ਦੇ ਵਿੱਚ ਕੁਝ ਦਿਨਾਂ ਦੇ ਲਈ ਇੱਥੇ ਆਉਣ ਲੱਗ ਪਏ। ਕੁਝ ਡਾਕਟਰ ਰੈਗੂਲਰ ਆਉਂਦੇ ਨੇ, ਤੇ 3 ਡਾਕਟਰ ਸਾਹਿਬਾਨ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿ ਉਹ ਮਹੀਨੇ ਦੇ ਵਿੱਚ 2 ਦਿਨ ਵਲੰਟੀਅਰ ਸਰਵਿਸਿਜ਼ ਜਿਹੜੀਆਂ ਆਪਣੀਆਂ ਇੱਥੇ ਦਿੰਦੇ ਆ। ਉਹ ਸਾਰਾ ਕੁਝ ਬਹੁਤ ਇੰਪੋਰਟੈਂਟ ਹੈ। ਜੇ ਪੰਜਾਬ ਦੇ ਵਿੱਚ ਇਸ ਤਰੀਕੇ ਨਿਸਵਾਰਥ ਸੇਵਾਵਾਂ ਦਾ ਕੰਮ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਸ਼ੁਰੂ ਹੋ ਜਾਏ ਤਾਂ ਸ਼ਾਇਦ ਉਦਾਹਰਣ ਬਣ ਜੂ ਬਹੁਤ ਸਾਰੇ ਲੋਕਾਂ ਨੂੰ, ਜਿਹੜਾ ਉਸ ਗੱਲ ਦੇ ਨਾਲ ਰਾਹਤ ਜਿਹੜੀ ਉਹ ਮਿਲੇਗੀ। ਹਾਂ, ਜੇ ਇਹਨਾਂ ਦੇ ਵਿੱਚੋਂ ਕਿਸੇ ਵੀ ਗੱਲ ਦੇ ਨਾਲ ਤੁਹਾਡੀ ਸਹਿਮਤੀ ਹੈ, ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਚੀਜ਼ਾਂ ਨਹੀਂ ਹੋਈਆਂ, ਤਾਂ ਤੁਸੀਂ ਜ਼ਰੂਰ ਟਿੱਪਣੀ ਲਿਖ ਸਕਦੇ ਹੋ। ਹੋਰ ਜਿਹੜੀਆਂ ਵੀ ਚੀਜ਼ਾਂ ਹੋਣ ਵਾਲੀਆਂ ਨੇ ਉਹਨਾਂ ਦੇ ਬਾਬਤ ਵੀ ਦੱਸ ਦਿਓ। ਪਰ ਜਿਹੜੀਆਂ ਚੀਜ਼ਾਂ ਜੇ ਚੰਗੀਆਂ ਹੋਈਆਂ ਤੇ ਉੱਥੇ ਫਿਰ ਪਿੱਠ ਥਾਪੜਨੀ ਵੀ ਕਿਤੇ ਨਾ ਕਿਤੇ ਜ਼ਰੂਰੀ ਹੈ। ਸੋ ਸਰਕਾਰੀ ਹਸਪੀਟਲ ਨੂਰਪੁਰ ਬੇਦੀ, ਵਿਧਾਨ ਸਭਾ ਹਲਕਾ ਰੋਪੜ ਤੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਇੱਥੇ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।